ਅੱਗੇ ਤਾਂ ਸੀਗਾ ਵੀ ਇੱਕ ਮਰੀਜ਼ ਕੁਝ ਮਰੀਜ਼ਾਂ ਨੂੰ ਲਾਗ ਦਿੰਦਾ ਜਾਂ ਉਹਦੇ ਨਾਲ ਇਨਫੈਕਟਡ ਹੁੰਦੇ ਆ। ਜਿਹੜਾ ਇਹ ਨਵਾਂ ਵੇਰੀਐਂਟ ਆ, ਨਵਾਂ ਮਿਊਟੈਂਟ ਆ ਜਾਂ ਡਬਲ ਮਿਊਟੈਂਟ ਆ, ਇਹਦੀ ਤਾਂ ਕਹਿੰਦੇ ਗਿਣਤੀ ਕੋਈ ਨਹੀਂ ਵੀ ਕਿੰਨਿਆਂ ਨੂੰ ਹੋਰ ਇਨਫੈਕਟਡ ਕਰ ਦੂਗਾ। ਬਹੁਤ ਰੌਲਾ ਪਿਆ ਸੀਗਾ ਵੀ ਕੁੰਭ ਦਾ ਮੇਲਾ ਜਿਹੜਾ ਆ ਸੁਪਰ ਸਪਰੈਡਰ ਬਣੂਗਾ, ਇਹਨੂੰ ਕਾਬੂ ਕਰ ਲੈਣ, ਪਰ ਨਹੀਂ ਕੀਤਾ। ਉਹਨੂੰ ਆਸਥਾ ਨਾਲ ਜੋੜ ਕੇ ਜਾਰੀ ਰੱਖਿਆ। ਹੁਣ ਦੀ ਜਿਹੜੀ ਆ ਤਾਜ਼ਾ ਖਬਰ ਇਹ ਆ ਵੀ ਉਹਨੂੰ ਹੁਣ ਬੰਦ ਕਰਨ ਵੱਲ ਦੇ ਦਿਸ਼ਾ ਵੱਲ ਨੂੰ ਚੱਲ, ਪਰ ਉਹਦਾ ਫਾਇਦਾ ਕੀ ਵੀ ਈਦ ਮਗਰੋਂ ਤੰਬਾ ਫੂਕਣਾ। ਉਹਦੇ ਤਿਆਰੀ ਹੋ ਰਹੀ ਸੀਗੀ ਵੀ ਹੁਣ ਚੋਣਾਂ ਆਉਣੀਆਂ ਤੇ ਆਪਾਂ ਆਹ ਕਰਨਾ, ਤੇ ਜੇ ਉਸ ਗੱਲ ਦੀ ਤਿਆਰੀ ਪਹਿਲਾਂ ਹੋ ਸਕਦੀ 6 ਮਹੀਨੇ, ਤੇ ਇਸ ਗੱਲ ਦੀ ਤਿਆਰੀ ਹੁਣ ਜਦੋਂ 2 ਲੱਖ ਤੋਂ ਵੱਧ ਕੇਸ ਹੋ ਗਏ ਆ ਤੇ ਹੁਣ ਆ ਕੇ ਸਰਕਾਰ ਜਾਗੀ ਆ ਤੇ ਆਪਣੇ ਆਪ ਇਹਦੇ ਉੱਤੇ ਸਵਾਲ ਲੋਕਾਂ ਨੇ ਕੁਦਰਤੀ ਕਰਨੇ ਹੀ ਆ। ਜੇ ਮਾਰਚ ਵਿੱਚ ਸ਼ੁਰੂਆਤ ਹੋ ਗਈ ਸੀਗੀ, ਤੁਹਾਨੂੰ ਪਤਾ ਲੱਗ ਗਿਆ ਸੀਗਾ ਵੀ ਹੁਣ ਇਹ ਵਧਣ ਲੱਗ ਪਏ ਆ, ਨਵੀਂ ਵੇਵ ਆ ਗਈ ਆ ਜਾਂ ਨਵਾਂ ਵੇਰੀਐਂਟ ਆ ਗਿਆ, ਉਦੋਂ ਇਹਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ? ਹੋ ਸਕਦਾ ਇਸ ਮਹੀਨੇ ਦੌਰਾਨ ਹੀ ਆਕਸੀਜਨ ਦਾ ਪ੍ਰਬੰਧ ਹੀ ਹੋ ਜਾਂਦਾ। ਇਸ ਦਾ ਖਦਸ਼ਾ ਜਿਹੜਾ ਆ ਬੱਚਿਆਂ ਦੇ ਮਾਪਿਆਂ ਨੇ ਕਈ ਵਾਰੀ ਸਿੱਖਿਆ ਮੰਤਰੀ ਨਾਲ ਵੀ ਇਹ ਉਠਾਇਆ ਸੀ। ਤੁਹਾਨੂੰ ਕੀ ਪਤਾ ਵੀ ਬੱਚੇ ਜਿਹੜੇ ਮੋਬਾਈਲ ਤੁਸੀਂ ਪੜ੍ਹਾਈ 1-2 ਘੰਟਾ 4 ਘੰਟੇ ਜਿਹੜੀ ਕੀਤੀ ਆਨਲਾਈਨ ਚਲੇ ਗਏ, ਉਸ ਤੋਂ ਬਾਅਦ ਉਹ ਬੱਚੇ ਮੋਬਾਈਲ ਤੇ ਕੀ ਕਰਦੇ ਆ ਕੀ ਨਹੀਂ ਕਰਦੇ। ਸਾਡੇ ਵਰਗੇ ਖੁਦ ਮਾਪੇ ਜਿਹੜੇ ਆ ਉਹ ਕੰਮਾਂ ਤੇ ਗਏ ਹੁੰਦੇ, ਕੰਮਾਂ ਕਾਰਜ ਲੱਗੇ ਹੁੰਦੇ, ਹਰ ਵੇਲੇ ਨਹੀਂ ਦੇਖ ਹੁੰਦਾ। ਮਜ਼ਦੂਰ ਜਿਹੜੇ ਆ ਉਹ ਇਸ ਡਰ ਦੇ ਮਾਰੇ ਹੀ ਆਪੋ ਆਪਣੇ ਸੂਬੇ ਨੂੰ ਵਾਪਸ ਜਾਣ ਲੱਗ ਪਏ ਆ। ਮਜ਼ਦੂਰਾਂ ਦੀ ਬਹੁਤ ਘਾਟ ਆ। ਬਾਰਦਾਨਾ ਪਹਿਲਾਂ ਨਹੀਂ ਸੈਂਟਰ ਨੇ ਦਿੱਤਾ, ਉਹਦੀ ਹੋਰ ਘਾਟ ਹੋ ਗਈ ਆ ਕਿਉਂਕਿ ਕਣਕ ਦੀ ਆਮਦ ਤੇਜ਼ ਹੋ ਗਈ ਆ। ਸੋ ਕੁੱਲ ਮਿਲਾ ਕੇ ਕਿਸਾਨ ਜਿਹੜਾ ਆ ਉਹ ਇਸ ਵੇਲੇ ਮੰਡੀਆਂ 'ਚ ਰੁਲ ਰਿਹਾ। ਜੇ ਇੱਧਰ ਤੁਸੀਂ ਕਹਿ ਰਹੇ ਆ ਵੀ ਅੰਦੋਲਨ ਖਤਮ ਕਰੋ, ਕਰੋਨਾ ਵੱਧ ਰਿਹਾ, ਤੇ ਉਧਰ ਸੈਂਟਰ ਸਰਕਾਰ ਵੀ ਤੁਹਾਡੀ ਆ, ਉਹਨੂੰ ਵੀ ਜ਼ੋਰ ਦੇ ਸਕਦੇ ਆ ਵੀ ਭਾਈ ਇਹ ਸੁਪਰ ਸਪਰੈਡਰ ਕਿਤੇ ਕਿਸਾਨਾਂ ਦੇ ਅੰਦੋਲਨ ਤੋਂ ਨਾ ਬਣ ਜਾਏ। ਖਦਸ਼ਾ ਆ, ਡਰ ਆ, ਚਿੰਤਾ ਆ ਇਸ ਗੱਲ ਨੂੰ ਲੈ ਕੇ, ਤੇ ਤੁਸੀਂ ਇਹਦੇ ਨਾਲ ਗੱਲਬਾਤ ਕਰਕੇ ਨਿਬੇੜੋ, ਜਲਦੀ ਹੱਲ ਕਰੋ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਹਾਂ। ਪੰਜਾਬ ਦੇ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਤੇ ਪੰਜਾਬ ਦੀ ਕਿਸਾਨੀ ਕਿਸ ਕਦਰ ਇਸ ਵੇਲੇ ਮੰਡੀਆਂ 'ਚ ਰੁਲ ਰਹੀ ਹੈ, ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਵਿਸਥਾਰ ਨਾਲ ਦੱਸਾਂਗੇ। ਕਰੋਨਾ ਦਾ ਵਿਸਫੋਟ ਕੁੰਭ ਮੇਲੇ ਵਿੱਚ ਹੋਇਆ ਹੈ। ਇਸ ਤੋਂ ਇਲਾਵਾ ਮਨੋਹਰ ਲਾਲ ਖੱਟੜ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕਰ ਰਹੇ ਨੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਆਪਣੇ ਮਾਹਿਰ ਮਹਿਮਾਨ ਦੇ ਵਿਚਾਰ ਜਾਣਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਤਾਰੂਫ ਆਪਣੇ ਐਕਸਪਰਟ ਨਾਲ ਕਰਵਾ ਦਿੰਦੇ ਆ। ਇਸ ਵੇਲੇ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸਰਦਾਰ ਅਵਤਾਰ ਸਿੰਘ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ ਸ਼ੇਰਗਿੱਲ ਸਾਹਿਬ, ਸਵਾਗਤ ਕਰਦੇ ਹਾਂ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਦੀ ਸ਼ੁਰੂਆਤ ਬੜੇ ਚਿੰਤਾਜਨਕ ਵਿਸ਼ੇ ਤੋਂ ਕਰਦੇ ਹਾਂ। ਕਰੋਨਾ ਮਹਾਮਾਰੀ ਦੀ ਗੱਲ ਕਰਦੇ ਹਾਂ। ਕੁੰਭ ਦੇ ਮੇਲੇ ਦੇ ਵਿੱਚ ਇੱਕ ਵੱਡਾ ਵਿਸਫੋਟ ਸਾਹਮਣੇ ਆਇਆ ਆ, ਕੀ ਆ ਪੂਰਾ ਮਾਮਲਾ? ਬਿਲਕੁਲ ਜੀ, ਕਰੋਨਾ ਦਾ ਜਿਹੜਾ ਇਸ ਵੇਲੇ ਬਹੁਤ ਭਿਆਨਕ ਦੌਰ ਚੱਲ ਰਿਹਾ, ਜਿਹੜਾ ਕਿ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜੇ ਆਪਾਂ ਕਹਿ ਦਈਏ ਕਿ ਬੇਕਾਬੂ ਹੋ ਗਿਆ ਕਰੋਨਾ, ਤੇ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ, ਕਿਉਂਕਿ ਪਹਿਲੀ ਲਹਿਰ ਦੇ ਨਾਲੋਂ ਕਿਤੇ ਦੁੱਗਣੇ ਤਿੱਗਣੀ ਗਿਣਤੀ ਦੇ ਵਿੱਚ ਜਿਹੜੇ ਕੇਸ ਰੋਜ਼ਾਨਾ ਦੇ ਆਉਣ ਲੱਗ ਪਏ ਆ। ਕਦੀ ਸਮਾਂ ਸੀ ਆਪਾਂ ਕਹਿੰਦੇ ਸੀ ਅਮਰੀਕਾ 'ਚ 24 ਘੰਟਿਆਂ 'ਚ 2 ਲੱਖ, ਉਹ ਬਹੁਤ ਜ਼ਿਆਦਾ ਹੋ ਗਏ, 3 ਲੱਖ। ਹੁਣ ਉਹ ਸਥਿਤੀ ਜਿਹੜੀ ਆ ਭਾਰਤ ਦੀ ਬਣ ਗਈ ਆ। ਅੱਜ ਦੀ ਸਥਿਤੀ ਵਾਲੀ ਜਿਹੜੀ ਆਪਾਂ ਦੱਸ ਦਈਏ ਅੰਕੜੇ, ਤਾਂ ਉਹ 2,17,000 ਤੱਕ ਜਿਹੜੇ 24 ਘੰਟੇ ਵਾਲੇ ਮਾਮਲੇ ਪਹੁੰਚ ਗਏ ਆ। ਮੌਤਾਂ ਦੀ ਗਿਣਤੀ ਵੀ ਜਿਹੜੀ ਅਕਤੂਬਰ ਤੋਂ ਬਾਅਦ ਪਹਿਲੀ ਵਾਰੀ 1000 ਤੋਂ ਵੀ ਟੱਪ ਗਈ ਆ। 1185 ਮੌਤਾਂ ਦਾ ਅੰਕੜਾ ਦੱਸਿਆ ਜਾ ਰਿਹਾ ਆ। ਤੁਸੀਂ ਗੱਲ ਕੀਤੀ ਕੁੰਭ ਮੇਲੇ ਦੀ, ਵਾਕਿਆ ਕੁੰਭ ਮੇਲੇ ਦੇ ਉੱਤੇ ਜਿਹੜੀ ਇਹਨਾਂ ਨੇ ਸ਼ਰਧਾਲੂਆਂ ਦੀ ਗਿਣਤੀ ਦਾ ਜਿਹੜਾ ਆਕਲਨ ਦੱਸਿਆ ਗਿਆ, ਉਹ ਇੱਕ ਦਿਨ ਦਾ ਘੱਟੋ ਘੱਟ 20 ਲੱਖ ਤੋਂ 25 ਲੱਖ ਲੋਕਾਂ ਦਾ ਉੱਥੇ ਪਹੁੰਚਣ ਦੀ ਗੱਲ ਦੱਸੀ ਗਈ ਆ। ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਹੜਾ ਅੱਜ ਦਾ ਕਰੋਨਾ ਆ, ਇਹ ਉਸ ਕਰੋਨੇ ਨਾਲੋਂ ਖਤਰਨਾਕ ਇਸ ਕਰਕੇ ਵੀ ਆ ਵੀ ਇਹਦੇ ਵਿੱਚ ਮਿਊਟੈਂਟ ਨਵੇਂ ਵੇਰੀਐਂਟ ਆ ਰਲੇ ਆ। ਹੁਣ ਤਾਂ ਜਿਹੜੀ ਐਕਸਪਰਟਾਂ ਦੀ ਜਿਹੜੀ ਨਵੇਂ ਖੁਲਾਸੇ ਆ, ਉਹ ਤਾਂ ਇਹ ਵੀ ਦੱਸਦੇ ਆ ਵੀ ਜਿਹੜਾ ਡਬਲ ਮਿਊਟੈਂਟ ਆ, ਉਹ ਭਾਰਤ ਦੇ 10 ਰਾਜਾਂ ਦੇ ਵਿੱਚ ਘੱਟੋ ਘੱਟ ਨਹੀਂ ਤਾਂ 80 ਜ਼ਿਲ੍ਹਿਆਂ 'ਚ ਫੈਲਿਆ ਹੋਇਆ। ਔਰ ਇਹ ਖਤਰਨਾਕ ਇੰਨਾ ਆ ਵੀ ਅੱਗੇ ਤਾਂ ਸੀਗਾ ਵੀ ਇੱਕ ਮਰੀਜ਼ ਕੁਝ ਮਰੀਜ਼ਾਂ ਨੂੰ ਲਾਗ ਦਿੰਦਾ ਜਾਂ ਉਹਦੇ ਨਾਲ ਇਨਫੈਕਟਡ ਹੁੰਦੇ ਆ। ਜਿਹੜਾ ਇਹ ਨਵਾਂ ਵੇਰੀਐਂਟ ਆ, ਨਵਾਂ ਮਿਊਟੈਂਟ ਆ ਜਾਂ ਡਬਲ ਮਿਊਟੈਂਟ ਆ, ਇਹਦੀ ਤਾਂ ਕਹਿੰਦੇ ਗਿਣਤੀ ਕੋਈ ਨਹੀਂ ਵੀ ਕਿੰਨਿਆਂ ਨੂੰ ਹੋਰ ਇਨਫੈਕਟਡ ਕਰ ਦੂਗਾ। ਜਦੋਂ ਇਹੋ ਜਿਹੇ ਹਾਲਾਤ ਆਉਂਦੀ ਆ ਤੇ ਆਪਣਾ ਜਿਹੜਾ ਹਰੇਕ ਦੇਸ਼ ਦੇ ਵਾਸੀ ਦਾ
ਧਿਆਨ ਭੀੜ ਭੜੱਕੇ ਵਾਲੀ ਥਾਂ ਨੂੰ ਵਾਕਿਆ ਹੀ ਜਾਂਦਾ ਆ। ਜੀ। ਔਰ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਮੌਕਾ ਚੱਲ ਰਿਹਾ ਸੀ ਉਹ ਕੁੰਭ ਮੇਲੇ ਦਾ। ਬਹੁਤ ਰੌਲਾ ਪਿਆ, ਬਹੁਤ ਆਵਾਜ਼ ਉੱਠੀ, ਮੰਗ ਉੱਠੀ ਵੀ ਇਹ ਕੁੰਭ ਮੇਲਾ ਨਹੀਂ ਹੋਣਾ ਚਾਹੀਦਾ ਸੀਗਾ, ਪਰ ਇਸ ਵੱਲ ਨੂੰ ਧਿਆਨ ਦੇਣ ਦੀ ਬਜਾਏ ਉੱਥੋਂ ਦੇ ਮੁੱਖ ਮੰਤਰੀ ਖੁਦ ਕਹਿ ਰਹੇ ਸੀਗੇ, ਹੋਰ ਵੀ ਜਿਹੜੇ ਆਗੂ ਕਹਿ ਰਹੇ ਸੀਗੇ ਨਹੀਂ ਜੀ ਆਸਥਾ ਦਾ ਸਵਾਲ ਆ, ਤੇ ਉਸ ਆਸਥਾ ਨੂੰ ਕੀ ਕਰਨਾ ਜਦੋਂ ਮਨੁੱਖਤਾ ਦੀ ਜਾਨ ਤੇ ਬਣੀ ਹੋਊ। ਜੀ ਜੀ। ਜੇ ਮਨੁੱਖਤਾ ਆਪੇ ਹੀ ਪ੍ਰਧਾਨ ਮੰਤਰੀ ਸਾਹਿਬ ਬਾਰ-ਬਾਰ ਕਹਿ ਹਟੇ ਆ, ਜਾਨ ਹੈ ਤਾਂ ਜਹਾਨ ਹੈ, ਤੇ ਜੇ ਬੰਦਾ ਜੀਵਤ ਰਹੂਗਾ ਤੇ ਆਸਥਾ ਪਾਲੂਗਾ ਤਾਂ ਰੱਬ ਨੂੰ ਮੰਨੂਗਾ। ਉਸ ਕੁੰਭ ਮੇਲੇ ਦੇ ਵਿੱਚ ਦੁਬਾਰਾ ਫੇਰ ਆ ਜਾਣਾ ਮੇਲਾ, ਉੱਥੇ ਚੱਲਦਾ ਰਹਿਣਾ ਹੈ। ਜੇ ਬੰਦੇ ਦੇ ਵਿੱਚ ਜਾਨ ਹੋਊਗੀ ਉਹ ਦੁਬਾਰਾ ਉੱਥੇ ਚਲੇ ਜਾਊਗਾ। ਇੱਥੋਂ ਤੱਕ ਕਿ ਜੇ ਕਿਸੇ ਨੇ ਉਸ ਸੰਬੰਧੀ ਸੋਸ਼ਲ ਮੀਡੀਆ ਤੇ ਕੋਈ ਸਵਾਲ ਵੀ ਉਠਾਉਂਦਾ ਤੇ ਉਹਨੂੰ ਇਸ ਕਦਰ ਟਰੋਲ ਕਰ ਦਿੰਦੇ ਵੀ ਉਹਨੂੰ ਗਾਲਾਂ ਕੱਢਣ ਤੱਕ ਜਾਂਦੇ ਆ। ਇੱਕ ਟੀਵੀ ਹਸਤੀ ਆ, ਉਹਨੇ ਟਵਿੱਟਰ ਤੇ ਪਾ ਦਿੱਤਾ ਸੀਗਾ ਵੀ ਮੇਰੀ ਇੱਕ ਵੈਸੇ ਹੀ ਜਾਣਨ ਦੀ ਇੱਕ ਇੱਛਾ ਆ, ਮੈਂ ਕਿਊਰੀਅਸ ਐ ਇਸ ਗੱਲ ਨੂੰ ਪਤਾ ਕਰਨ ਲਈ ਵੀ ਇਹ ਜਿਹੜੇ ਉੱਥੇ ਸਾਧੂ ਮਹਾਤਮਾ ਜਾਂਦੇ ਆ, ਦੇਖੋ ਕਿਸੇ ਧਰਮ ਦੇ ਨਾਲ ਜੋੜ ਕੇ, ਮੈਂ ਪਹਿਲਾਂ ਵੀ ਕਈ ਵਾਰੀ ਕਿਹਾ, ਹੁਣ ਵੀ ਕਹਿ ਰਿਹਾ ਵੀ ਮਨਸ਼ਾ ਐਸੀ ਸਾਡੀ ਨਹੀਂ ਹੈ ਧਰਮ ਨਾਲ ਜੋੜਨ ਦੀ, ਪਰ ਇੱਕ ਰਾਏ ਜਿਹੜੀ ਆ ਲੋਕਾਂ ਦੀ ਉਹ ਦੱਸਣੀ ਜ਼ਰੂਰ ਬਣਦੀ ਹੁੰਦੀ ਆ। ਵੀ ਉਹਨੇ ਇਹ ਕਿਹਾ ਵੀ ਮੇਰੀ ਇਹ ਜਿਗਿਆਸਾ ਆ ਵੀ ਮੈਂ ਇਹ ਗੱਲ ਪਤਾ ਕਰਾਂ ਸੋਸ਼ਲ ਮੀਡੀਆ ਰਾਹੀਂ ਵੀ ਕੀ ਜਿਹੜੇ ਉੱਥੇ ਸਾਧੂ ਮਹਾਤਮਾ ਹੋਰ ਜਿਹਨੇ ਅਖਾੜਿਆਂ ਦੇ ਲੋਕ ਜਾਂਦੇ ਆ, ਕਿ ਉਹਨਾਂ ਲਈ ਵਰਕ ਫਰੋਮ ਹੋਮ ਦਾ ਕੋਈ ਇਹੋ ਜਿਹਾ ਤਰੀਕਾ ਇਜਾਦ ਜਾਂ ਇਸ ਤਰੀਕੇ ਦਾ ਕੋਈ ਪ੍ਰੋਸੈਸ ਨਹੀਂ ਹੋ ਸਕਦਾ। ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਵੀ ਇੱਦਾਂ ਨਾ ਹੋਵੇ ਵੀ ਉੱਥੋਂ ਦੇ ਗੰਗਾ ਜਲ ਲਿਆ ਕੇ ਜਿਹੜੇ ਸਾਧੂ ਮਹਾਤਮਾ ਜਾਂ ਜਿਹੜੇ ਉੱਥੇ ਕੁੰਭ ਦੇ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਆ ਸ਼ਰਧਾਲੂ ਜਿਹੜੇ ਬਹੁਤ, ਉਹ ਘਰ ਆ ਕੇ ਪਾਣੀ ਉਸ ਜਲ ਦੇ ਨਾਲ ਇਸ਼ਨਾਨ ਕਰ ਲੈਣ। ਉਸ ਬੰਦੇ ਨੂੰ ਸੋਸ਼ਲ ਮੀਡੀਆ ਦੇ ਵਿੱਚ ਉਹ ਗੱਲਾਂ ਕਹੀਆਂ ਗਈਆਂ, ਇੱਥੋਂ ਤੱਕ ਕਿ ਉਹਨੂੰ ਕਿਹਾ ਵੀ ਤੂੰ ਡਿਲੀਟ ਕਰ ਦੇਣਾ, ਤੇਰਾ ਹਾਲ ਕੀ ਕਰਨਾ। ਮਤਲਬ ਉਹਦੇ ਵਿੱਚੋਂ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਲੋਕ ਕਰਦੇ। ਉਹਨੂੰ ਕਹਿੰਦੇ ਵੀ ਤੂੰ ਇਹ ਸਵਾਲ ਉਠਾਇਆ ਤਾਂ ਉਠਾਇਆ ਕਿਉਂ? ਉਹਨੇ ਕਿਹਾ ਭਾਈ ਮੇਰੀ ਇਹਦੇ ਵਿੱਚ ਕੋਈ ਇਹੋ ਜਿਹੀ ਨਹੀਂ, ਕਿਸੇ ਧਰਮ ਨੂੰ ਮੈਂ ਖਿਲਾਫ ਜਾਣ ਦੀ ਇੱਛਾ ਨਹੀਂ ਹੈ, ਮੈਂ ਤਾਂ ਆਪ ਧਾਰਮਿਕ ਪੱਖ ਚਲਾਤਾ ਉਹਦਾ। ਸਾਡੀ ਫਿਦਰਤ ਆ ਸਾਡੇ ਸਮਾਜ ਦੀ, ਅਸੀਂ ਨੈਗੇਟਿਵਿਟੀ ਬਹੁਤ ਜਲਦੀ ਲੈਂਦੇ ਹਾਂ, ਉਹਦਾ ਪੋਜ਼ਿਟਿਵ ਪੱਖ ਘੱਟ ਲੈਂਦੇ ਹਾਂ। ਮੇਰਾ ਇਹ ਦੱਸਣ ਦਾ ਮਕਸਦ ਇਹ ਸੀਗਾ ਕਿ ਜੇ ਕਿਸੇ ਨੇ ਕੋਈ ਆਵਾਜ਼ ਉਠਾਈ ਵੀ ਆ ਤੇ ਉਹਨੂੰ ਬੁਰਾ ਭਲਾ ਕਿਹਾ ਗਿਆ, ਪਰ ਉਹਦੇ ਵਿੱਚ ਸੱਚਾਈ ਇਹ ਸੀਗੀ ਵੀ ਉਸ ਮੇਲੇ ਦੇ ਵਿੱਚੋਂ ਜਦੋਂ ਹੁਣ 10 ਅਪ੍ਰੈਲ ਤੋਂ 15 ਅਪ੍ਰੈਲ ਤੱਕ ਦੇ ਅੰਕੜੇ ਆ ਗਏ ਆ, 5 ਦਿਨਾਂ ਦੇ ਵਿੱਚ ਉੱਥੇ ਘੱਟੋ ਘੱਟ 21-2200 ਇਨਕਲੂਡਿੰਗ ਸਾਧੂ ਸਾਰੇ ਇਨਫੈਕਟਡ ਆਏ ਆ ਕਰੋਨਾ ਦੇ। ਉਹਦੇ ਵਿੱਚ ਕਿੰਨੇ ਅਖਾੜੇ ਆ, ਤੇ ਇੱਕ ਅਖਾੜਾ ਜਿਹੜਾ ਮੱਧ ਪ੍ਰਦੇਸ਼ ਦਾ, ਉਹਦੇ ਦੇ ਮੁਖੀ ਦੀ ਤਾਂ ਡੈਥ ਵੀ ਹੋ ਗਈ ਕਰੋਨਾ ਦੇ ਨਾਲ। ਹੁਣ 4-5 ਅਖਾੜਿਆਂ ਦੇ ਹੋਰ ਮੁਖੀ ਜਿਹੜੇ ਆ ਉਹ ਵੀ ਇਸ ਕਰੋਨਾ ਕਰਕੇ ਗੰਭੀਰ ਹਾਲਤ ਵਿੱਚ ਹਸਪੀਟਲਾਂ 'ਚ ਪਏ ਆ। ਤੇ ਤੁਸੀਂ ਦੇਖੋ ਵੀ ਉਹਨਾਂ ਇਲਾਕਿਆਂ ਦੇ ਵਿੱਚੋਂ ਜਿਹੜੇ ਲੋਕ ਵਾਪਸ ਆਪੋ ਆਪਣੇ ਸੂਬਿਆਂ 'ਚ, ਆਪੋ ਆਪਣੇ ਪਿੰਡਾਂ 'ਚ, ਸ਼ਹਿਰਾਂ 'ਚ ਆਏ ਹੋਣਗੇ, ਤੇ ਫਿਰ ਉਹਨਾਂ ਦੀ ਕੀ ਹਾਲਤ ਹੋਊਗੀ। ਬਾਰ-ਬਾਰ ਉੱਥੇ ਕਿਹਾ ਵੀ ਜਾ ਰਿਹਾ ਸੀਗਾ, ਉੱਥੋਂ ਦੇ ਜਿਹੜੇ ਅਧਿਕਾਰੀ ਜਾਂ ਪ੍ਰਬੰਧਕ ਕਹਿੰਦੇ ਸੀਗੇ ਵੀ ਨਹੀਂ ਜੀ ਅਸੀਂ ਤਾਂ ਨੈਗੇਟਿਵ ਰਿਪੋਰਟ ਦੇਖ ਕੇ ਹੀ ਸ਼ਰਧਾਲੂ ਅੰਦਰ ਵੜਦੇ ਆ, 35 ਲੱਖ ਲੋਕਾਂ ਦੀ ਤੁਸੀਂ ਕਿਵੇਂ ਨੈਗੇਟਿਵ ਰਿਪੋਰਟ ਦੇ ਦੂੰਗੇ? ਇਹ ਸਵਾਲ ਬਹੁਤ ਵੱਡਾ ਖੜਾ ਹੁੰਦਾ ਆ। ਇਸ ਗੱਲ ਦਾ ਜਵਾਬ ਉਹਨਾਂ ਨੂੰ ਨਹੀਂ ਆਇਆ। ਇਹ ਇੱਕ ਕਹਿੰਦੇ ਸੀ ਨਾ ਸੁਪਰ ਸਪਰੈਡਰ ਬਣੂਗਾ, ਬਹੁਤ ਰੌਲਾ ਪਿਆ ਸੀਗਾ ਵੀ ਕੁੰਭ ਦਾ ਮੇਲਾ ਜਿਹੜਾ ਆ ਸੁਪਰ ਸਪਰੈਡਰ ਬਣੂਗਾ, ਇਹਨੂੰ ਕਾਬੂ ਕਰ ਲੈਣ, ਇਹਨੂੰ ਪਹਿਲਾਂ ਬੰਦ ਕਰ ਲੈਣ, ਪਰ ਨਹੀਂ ਕੀਤਾ। ਉਹਨੂੰ ਆਸਥਾ ਨਾਲ ਜੋੜ ਕੇ ਜਾਰੀ ਰੱਖਿਆ। ਹੁਣ ਦੀ ਜਿਹੜੀ ਆ ਤਾਜ਼ਾ ਖਬਰ ਇਹ ਆ ਵੀ ਉਹਨੂੰ ਹੁਣ ਬੰਦ ਕਰਨ ਵੱਲ ਦੇ ਦਿਸ਼ਾ ਵੱਲ ਨੂੰ ਚੱਲ ਪਏ ਆ। ਪਰ ਉਹਦਾ ਫਾਇਦਾ ਕੀ ਵੀ ਈਦ ਮਗਰੋਂ ਤੰਬਾ ਫੂਕਣਾ, ਜਦੋਂ ਹੁਣ ਐਡੀ ਵੱਡੀ ਗਿਣਤੀ ਦੇ ਵਿੱਚ ਉਹਦੀ ਫੈਲਾਅ ਹੋ ਜਾਣਾ ਤੇ ਮੁੜ ਕੇ ਤੁਹਾਡੇ ਕਾਬੂ 'ਚ ਨਹੀਂ ਰਹਿਣਾ। ਤੇ ਹੁਣ ਤੁਸੀਂ ਆ ਕੇ ਉਹਨੂੰ ਕਹਿੰਦੇ ਵੀ ਠੀਕ ਹੈ ਜੀ, ਇੱਕ ਅਖਾੜੇ ਨੇ ਤਾਂ ਕਹਿ ਹੀ ਦਿੱਤਾ ਵੀ ਸਾਡਾ ਵੀ ਸ਼ਾਹੀ ਇਸ਼ਨਾਨ ਜਿਹੜਾ ਪਹਿਲਾਂ ਸੀ ਉਹ ਸਾਡਾ ਬਹੁਤ ਪ੍ਰਮੁੱਖ ਸੀਗਾ, ਹੁਣ ਅਗਲੇ ਤੋਂ ਬਾਅਦ ਅਸੀਂ ਨਹੀਂ ਕਰਨਾ ਜੀ, ਸਾਡੇ ਸਾਧੂ ਜਿਹੜੇ ਆ ਬਹੁਤ ਕਰੋਨਾ ਪੋਜ਼ਿਟਿਵ ਹੋ ਗਏ ਆ। ਹੋ ਸਕਦਾ ਉਹਦੇ ਨਾਲ ਬਾਕੀ ਅਖਾੜੇ ਵੀ ਕਰ ਦੇਣ, ਪਰ ਅਖਾੜਿਆਂ ਦੀ ਗੱਲ ਬਾਅਦ 'ਚ ਆ। ਜਿਹੜੀ ਸਰਕਾਰ ਆ ਉੱਥੇ, ਚਾਹੇ ਸੂਬਾ ਸਰਕਾਰ ਆ ਤੇ ਚਾਹੇ ਸੈਂਟਰ ਦੀ ਆ, ਉਹਨੂੰ ਸਿਹਤ ਪੱਖੋਂ ਜਦੋਂ ਕਰੋਨਾ ਦੇ ਮਾਮਲੇ ਅਪ੍ਰੈਲ ਦੇ ਸ਼ੁਰੂ 'ਚ ਵਧਣ ਲੱਗ ਪਏ ਸੀਗੇ ਤੇ ਇਹਦੇ ਵੱਲ ਧਿਆਨ ਦੇ ਕੇ ਇਹਨੂੰ ਲਿਮਿਟਡ ਕਰ ਦੇਣਾ ਚਾਹੀਦਾ ਸੀਗਾ, ਜਾਂ ਇੱਕ ਇਸ਼ਨਾਨ ਦਾ ਇੱਕ ਦਿਨ ਦਾ ਕਰ ਦਿੰਦੇ, ਤੇ ਉਸ ਦਰ ਕੋਈ ਧਿਆਨ ਨਹੀਂ ਦਿੱਤਾ। ਹੁਣ 2 ਹਫ਼ਤੇ ਅਜੇ ਹੋਰ ਪਏ ਆ ਕੁੰਭ ਮੇਲੇ ਦੇ ਖਤਮ ਹੋਣ ਨੂੰ, ਪਰ ਜਦੋਂ ਅਖਾੜੇ ਆਪਣੇ ਤੌਰ ਤੇ ਖਤਮ ਕਰਨ ਲੱਗ ਪਏ ਆ ਤੇ ਲੱਗਦਾ ਪਏ ਇਹਨੂੰ ਸਮੇਟ ਲਿਆਣਗੇ, ਪਰ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਆ। ਉਹਨੇ ਬਹੁਤ ਵੱਡਾ ਸੁਪਰ ਸਪਰੈਡਰ ਬਣ ਗਿਆ ਕਰੋਨਾ ਦੇ ਮਾਮਲਿਆਂ ਦੇ ਵਿੱਚ। ਮੈਂ ਦੁਬਾਰਾ ਫੇਰ ਦੱਸ ਦਵਾਂ ਵੀ ਇਸ ਵੇਲੇ ਨੰਬਰ 1 ਤੇ ਇੰਡੀਆ ਪਹੁੰਚ ਰਿਹਾ ਆ। 10 ਸੂਬਿਆਂ ਦੇ ਵਿੱਚ ਹਾਲਤ ਇਦਾਂ ਦੀ ਆ ਬਈ ਹਸਪੀਟਲਾਂ ਦੇ ਬਾਹਰ ਐਂਬੂਲੈਂਸਾਂ ਦੀ ਲਾਈਨਾਂ ਲੱਗੀਆਂ ਆ, ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਲਈ ਜਗ੍ਹਾ ਨਹੀਂ ਮਿਲ ਰਹੀ। ਕਿੱਡੀ ਮਤਲਬ ਇਹ ਵਿਡੰਬਣਾ ਆ।
ਬਈ ਕਰੋਨਾ ਖੁਦ ਮੌਤ ਬਣ ਕੇ ਲੋਕਾਂ ਦੇ ਸਿਰਾਂ ਦੇ ਉੱਤੇ ਚੱਲ ਰਿਹਾ ਤੇ ਇਹੋ ਜਿਹੀ ਹਾਲਾਤ ਜਿਹੜੇ ਆ ਕਦੀ ਸੋਚੇ ਵੀ ਨਹੀਂ ਹੋਣਗੇ ਵੀ ਇੱਕ ਬੰਦਾ ਜਿਹੜਾ ਆਖਰੀ ਸਾਹਾਂ ਤੇ ਪਿਆ ਆ। ਕਈਆਂ ਨੂੰ ਤਾਂ ਉਹਨੂੰ ਹਸਪੀਟਲਾਂ ਦੇ ਬੈੱਡ ਵੀ ਨਸੀਬ ਨਹੀਂ ਹੋਏ, ਸਿੱਧੇ ਹੀ ਉਹ ਮੌਤ ਦੀ ਸ਼ਈਆ ਤੇ ਗਿਆ, ਸਿੱਧੀ ਉਹ ਅਸਥੀ ਬਣ ਕੇ ਗਿਆ, ਚਿਖਾ ਤੇ ਪਹੁੰਚਿਆ। ਫਿਰ ਉਸ ਬੰਦੇ ਨੂੰ ਮਰਨ ਵੇਲੇ ਨਾ ਤਾਂ ਆਪਣਿਆਂ ਦਾ ਚਿਹਰਾ ਨਸੀਬ ਹੋਇਆ, ਨਾ ਆਪਣਿਆਂ ਦਾ ਸਪਰਸ਼ ਨਸੀਬ ਹੋਇਆ, ਨਾ ਆਪਣਿਆਂ ਦੇ ਹੱਥ ਹੀ ਲੱਗੇ। ਕਿਹੋ ਜੀ ਬਦਕਿਸਮਤੀ ਵਾਲੀ ਗੱਲ ਆਪਾਂ ਕਹਿ ਦਾਂਗੇ। ਇੱਕ ਮਨੁੱਖਤਾ ਵਾਲੀ ਜਿਹੜੀ ਦੌਰ ਚੱਲ ਰਿਹਾ, ਇਹ ਦੌਰ ਆਪਾਂ 2020 ਚ ਵੀ ਦੇਖਿਆ ਸੀਗਾ, 19 ਚ ਹੈ ਨਹੀਂ ਸੀ, 20 ਚ ਸ਼ੁਰੂਆਤ ਹੋ ਕੇ ਦੇਖਿਆ, ਸਾਲ ਲੰਘ ਗਿਆ, ਸਾਨੂੰ ਫੇਰ ਉਹਦਾ ਸਬਕ ਨਹੀਂ ਲਿਆ ਪਿਆ। ਅਸੀਂ ਇਹ ਦੌਰ ਜਿਹੜਾ ਲੰਘਿਆ ਆ ਰੱਬ ਕਰਕੇ ਦੁਬਾਰਾ ਨਾ ਆਵੇ। ਪਰ ਰੌਲਾ ਉਦੋਂ ਮਾਹਰ ਡਾਕਟਰ ਦੁਨੀਆ ਭਰ ਦੇ ਵਿਗਿਆਨੀ ਕਹਿ ਰਹੇ ਸੀਗੇ ਵੀ ਭੁੱਲ ਜਾਓ, ਜੇ 20 ਦੇ ਵਿੱਚ ਤੁਸੀਂ ਕਹਿੰਦੇ ਪਏ ਅਸੀਂ ਕਾਬੂ ਕਰ ਲਾਂਗੇ, ਇਹ ਲੰਬਾ ਸਮਾਂ ਚੱਲਣਾ ਆ। ਇਹਦੇ ਲਈ ਪ੍ਰਬੰਧ ਅਗਾਊਂ ਕਰੋ, ਪਰ ਪ੍ਰਬੰਧਾਂ ਵੱਲ ਅਸੀਂ ਕੋਈ ਧਿਆਨ ਨਹੀਂ ਦਿੱਤਾ। ਸਿਸਟਮ ਦਾ ਤਹਿਸ ਨਹਿਸ ਜਿਹੜਾ 2019 ਦੇ ਵਿੱਚ ਸੀ, ਉਹੀ 20 ਲੰਘਣ ਤੋਂ ਬਾਅਦ 21 ਵਿੱਚ ਵੀ ਉਦਾਂ ਹੀ ਚੱਲਣ ਡਿਆ ਆ। ਨਾ ਤਾਂ ਉੱਥੇ ਸੰਸਕਾਰਾਂ ਦਾ ਕੋਈ ਪ੍ਰਬੰਧ ਆ, ਨਾ ਹਸਪੀਟਲਾਂ ਦੇ ਵਿੱਚ ਬੈੱਡਾਂ ਦਾ ਪ੍ਰਬੰਧ ਆ, ਨਾ ICU ਦਾ ਪ੍ਰਬੰਧ ਆ, ਨਾ ਆਕਸੀਜਨ ਦਾ ਪ੍ਰਬੰਧ ਆ। ਲੋਕ ਮਾਰੇ ਫਿਰ ਰਹੇ ਆ, ਤੇ ਜਿਹਦੀ ਕੋਈ ਡਿਊਟੀ ਹਸਪੀਟਲ 'ਚ ਲੱਗੀ ਵੀ ਆ, ਉਹ ਆਪ ਉਧਰੇ ਕਰ ਰਹੇ ਆ। ਆਪਾਂ ਪਿੱਛੇ 1-2 ਦਿਨ ਪਹਿਲਾਂ ਵੀਡੀਓ ਵੀ ਦੇਖੀ ਆ, ਉੱਥੇ ਮੱਧ ਪ੍ਰਦੇਸ਼ ਸ਼ਿਵਪੁਰੀ ਜ਼ਿਲ੍ਹੇ ਦੀ ਆ, ਜਿੱਥੇ ਇੱਕ ਬੰਦੇ ਨੇ ਜਿਹੜਾ ਆਪਰੇਟਰ ਸੀਗਾ ਹਸਪੀਟਲ ਦਾ, ਉਹਨੇ ਕਿਸੇ ਮਰੀਜ਼ ਦਾ ਆਕਸੀਜਨ ਲਾ ਕੇ ਆਪਣੇ ਕਿਸੇ ਸਿਫਾਰਸ਼ੀ ਬੰਦੇ ਨੂੰ ਆਕਸੀਜਨ ਲਾਤਾ, ਤੇ ਉੱਥੇ ਉਸ ਮਰੀਜ਼ ਦੀ ਆਕਸੀਜਨ ਲਾਉਂਦਿਆਂ ਸਾਰੀ ਤੜਫ ਕੇ ਜਾਨ ਚਲੇ ਗਈ। 1 ਸਾਲ ਬਾਅਦ ਵੀ ਸਾਡੇ ਸਿਹਤ ਤੰਤਰ ਕੋਲ ਸਹੂਲਤਾਂ ਨਹੀਂ ਹੈਗੀਆਂ ਮਰੀਜ਼ਾਂ ਨੂੰ ਸਾਂਭਣ ਦੀਆਂ। ਬਿਲਕੁਲ ਜੀ, ਇਧਰ ਧਿਆਨ ਨਹੀਂ ਦਿੱਤਾ ਨਾ। ਮੈਂ ਇਹੀ ਕਹਿ ਰਿਹਾ ਵੀ ਜੇ ਧਿਆਨ ਦਿੱਤਾ ਹੁੰਦਾ ਤਾਂ 1 ਸਾਲ ਦੇ ਵਿੱਚ ਪ੍ਰਬੰਧ ਕਰਨ ਦਾ ਬਹੁਤ ਸਮਾਂ ਹੁੰਦਾ, ਉਧਰ ਨੂੰ ਧਿਆਨ ਦੇ ਦਿੰਦੇ। ਪਰ ਕਰੀਏ ਕਿ ਸਾਡੇ ਰਾਜਸੀ ਆਗੂ ਜਿਹੜੇ ਆ, ਉਹ ਕੋਈ ਨਾ ਕੋਈ ਸਟੇਟਾਂ 'ਚ ਚੋਣਾਂ ਆਈਆਂ ਤੇ ਉਹਨਾਂ ਲਈ ਚੋਣਾਂ ਪਹਿਲਾਂ ਆ, ਉਥੋਂ ਦੀ ਸੱਤਾ ਹਾਸਲ ਕਰਨ ਨੂੰ ਜ਼ਿਆਦਾ ਤਰਜੀਹ ਆ। ਲੋਕਾਂ ਦੀ ਸਿਹਤ ਦਾ ਕੀ ਆ, ਮੁੜ ਕੇ ਫਿਰ ਜਦੋਂ ਆਪਾਂ ਦੇਖਾਂਗੇ ਵੀ ਬਹੁਤ ਵੱਡਾ ਫੈਲ ਗਿਆ ਜਾਂ ਕਾਬੂ 'ਚ ਨਹੀਂ ਆ ਰਿਹਾ, ਤਾਂ ਆਖਰੀ ਸਟੈਪ ਤੇ ਇਹੀ ਹੁੰਦਾ ਵੀ ਬੰਦ ਕਰ ਦਿਓ ਜੀ ਸਾਰਾ ਕੁਝ। ਤੇ ਮੈਨੂੰ ਲੱਗਦਾ ਜਿਹੜਾ ਦੇਸ਼ ਜਾਂ ਜਿਹੜੇ ਕੁਝ ਸੂਬੇ ਆ, ਉਹ ਲੋਕਡਾਊਨ ਵੱਲ ਨੂੰ ਹੀ ਤੁਰ ਰਹੇ ਆ, ਕਿਉਂਕਿ ਹਰੇਕ ਤਰ੍ਹਾਂ ਦੀਆਂ ਸਟੇਟਾਂ ਨੇ ਪਾਬੰਦੀਆਂ ਲਾ ਕੇ ਦੇਖ ਲਈਆਂ। ਦਿੱਲੀ ਨੇ ਵੀ ਹੁਣ ਵੀਕਐਂਡ ਕਰਫਿਊ ਲਾਤਾ, ਪੰਜਾਬ 'ਚ ਵੀ ਲੱਗਾ ਹੋਇਆ। ਜੋ ਰਿਸਟ੍ਰਿਕਸ਼ਨਾਂ ਲੱਗਣੀਆਂ ਸੀਗੀਆਂ, ਗਾਈਡਲਾਈਨਾਂ ਜਾਰੀਆਂ ਹੋਣੀਆਂ ਸੀਗੀਆਂ, ਉਹ ਸਾਰਾ ਕੁਝ ਆਪਣੇ ਤਾਮ-ਝਾਮ ਕਰਕੇ ਦੇਖ ਲਿਆ। ਹੁਣ ਸੂਬਿਆਂ ਦੇ ਕੋਲ ਆਖਰੀ ਵਿਕਲਪ ਬਚਿਆ ਤਾਂ ਸਿਰਫ ਤੇ ਸਿਰਫ ਲੋਕਡਾਊਨ ਆ। ਉਧਰ ਨੂੰ ਆਪਣਾ ਦੇਸ਼, ਕੁਝ ਸੂਬੇ ਜਾਂ ਕਹਿ ਲਓ ਬਹੁਤੇ ਸੂਬੇ ਉਧਰ ਨੂੰ ਤੁਰੇ ਹੋਏ ਆ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸਖਤੀਆਂ ਦਾ ਸਾਹਮਣਾ ਕਰਨਾ ਪਵੇ। ਜੀ, ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ੇਰਗਿੱਲ ਸਾਹਿਬ, ਅਸੀਂ ਗੱਲ ਕਰ ਰਹੇ ਕਰੋਨਾ ਦੀ, ਤੇ ਹੁਣ ਆਕਸੀਜਨ ਇੰਪੋਰਟ ਕਰਨ ਦੀਆਂ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ। ਕਰੀਏ ਕੀ ਜੀ, ਆਮ ਕਹਾਵਤ ਹੁੰਦੀ ਆ ਨਾ ਵੀ ਬੂਹੇ ਆਈ ਜੰਜ ਤੇ ਬਿੰਨੋ ਕੁੜੀ ਦੇ ਕੰਨ। ਉਹ ਗੱਲ ਆ ਸਰਕਾਰ ਦਾ। ਜਦ ਪਤਾ ਵੀ ਕਰੋਨਾ ਦਾ ਜਿਹੜਾ ਇੱਕ ਤੋੜ ਸਭ ਤੋਂ ਵੱਡਾ ਆਕਸੀਜਨ ਆ, ਜਿਹੜਾ ਕਿ ਗੰਭੀਰ ਹਾਲਤ ਵਾਲੇ ਮਰੀਜ਼ ਨੂੰ ਸਭ ਤੋਂ ਪਹਿਲਾਂ ਜੇ ਦਿੱਤੀ ਜਾਣ ਵਾਲੀ ਚੀਜ਼ ਆ ਤੇ ਆਕਸੀਜਨ ਹੀ ਹੈ। ਬਿਲਕੁਲ। ਤੇ ਆਪਣੇ ਕੋਲ ਮਾਹਰ ਵਿਗਿਆਨੀ ਸਾਰਾ ਕੁਝ ਪਿੱਟ ਕੇ ਥੱਕ ਗਏ ਵੀ ਇਹ ਅਗਲਾ ਦੌਰ ਹੋਰ ਵੀ ਖਤਰਨਾਕ ਆ ਸਕਦਾ, ਸੈਕੰਡ ਵੇਵ ਇਦਾਂ ਦੀ ਆ ਸਕਦੀ, ਥਰਡ ਵੇਵ ਆ ਸਕਦੀ ਆ, ਇਸ ਤੋਂ ਗਾਹਾਂ ਹੋਰ ਵੀ ਆ ਸਕਦਾ। ਫਿਰ ਤਾਂ ਹੁਣ ਮਿਊਟੈਂਟ ਵੀ ਆ ਗਿਆ, ਵੇਰੀਐਂਟ ਆ ਗਿਆ, ਕਈ ਕੁਛ ਆ। ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਹੁੰਦਾ ਨਾ। ਫੇਰ ਵੀ ਪਤਾ ਲੱਗ ਜਾ ਤਾਂ ਵੀ ਚੰਗੀ ਗੱਲ ਹੈ, ਮੈਂ ਤਾਂ ਕਹਿੰਦਾ। ਪਰ ਇਹਨਾਂ ਨੂੰ ਬਹੁਤ ਲੇਟ ਕਰ ਦਿੱਤੀ। ਹੁਣ ਇਹਨਾਂ ਨੇ, ਸਰਕਾਰ ਨੇ ਆਪਣਾ ਜਿਹੜਾ PM ਕੇਅਰ ਫੰਡ ਸੀ ਇਹਨਾਂ ਦਾ, ਜਿੱਥੇ ਇੱਕ ਪੈਸੇ ਕਾਫੀ ਜਮ੍ਹਾਂ ਹੋ ਗਏ ਸੀਗੇ, ਉਹਦੇ ਰਾਹੀਂ ਕਹਿੰਦੇ ਜੀ ਹੁਣ ਜਿਹੜੇ ਦੇਸ਼ ਦੇ 100 ਹਸਪੀਟਲ ਆ, ਉਹਨਾਂ ਨੂੰ ਆਕਸੀਜਨ ਜਨਰੇਟ ਕਰਨ ਵਾਲੇ ਪਲਾਂਟ ਲੱਗਣਗੇ ਅਜੇ, ਪਤਾ ਨਹੀਂ ਕਦੋਂ ਹੋਣੇ ਆ, ਹਨਾ। ਫੇਰ ਕਹਿੰਦੇ ਜੀ ਹੁਣ 50,000 ਮੀਟ੍ਰਿਕ ਟਨ ਆਕਸੀਜਨ ਜਿਹੜੀ ਉਹ ਬਾਹਰੋਂ ਇੰਪੋਰਟ ਕਰਨੀ ਆ। ਦੇਖੋ, ਮੌਕੇ ਤੇ ਆ ਕੇ ਸਰਕਾਰ ਦਾ ਪ੍ਰਬੰਧ ਕਰਨਾ ਤਾਂ ਫਿਰ ਉਹ ਸਰਕਾਰ ਦੀ ਨਾਕਾਮੀ, ਨਲਾਇਕੀ ਕਹਾਂਗੇ। ਜਦੋਂ ਤੁਸੀਂ ਕਿਸੇ ਸਟੇਟ 'ਚ ਚੋਣਾਂ ਲੜਨ ਜਾਂਦੇ ਆ, ਉਹਦੀ ਤਿਆਰੀ ਤੁਸੀਂ 6 ਮਹੀਨੇ ਪਹਿਲਾਂ ਹੀ ਕਰ ਦਿੰਦੇ ਆ। ਤੁਸੀਂ ਦੇਖਿਆ ਹੋਣਾ ਪੱਛਮੀ ਬੰਗਾਲ ਦੇ ਵਿੱਚ ਘੱਟੋ ਘੱਟ 6 ਮਹੀਨੇ ਹੋ ਗਏ ਆ। ਗ੍ਰਹਿ ਮੰਤਰੀ ਦੇ ਗੇੜੇ ਤੇ ਗੇੜਾ, BJP ਪ੍ਰਧਾਨ ਦੇ ਗੇੜੇ ਤੇ ਗੇੜਾ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਸਾਰਿਆਂ ਦੇ ਗੇੜੇ 6-7 ਮਹੀਨਿਆਂ ਤੋਂ ਚੱਲਦੇ ਸੀਗੇ। ਕਿਉਂ? ਉਹਦੇ ਤਿਆਰੀ ਹੋ ਰਹੀ ਸੀਗੀ ਵੀ ਹੁਣ ਚੋਣਾਂ ਆਉਣੀਆਂ ਤੇ ਆਪਾਂ ਆਹ ਕਰਨਾ। ਤੇ ਜੇ ਉਸ ਗੱਲ ਦੀ ਤਿਆਰੀ ਪਹਿਲਾਂ ਹੋ ਸਕਦੀ 6 ਮਹੀਨੇ, ਤੇ ਇਸ ਗੱਲ ਦੀ ਤਿਆਰੀ ਹੁਣ ਜਦੋਂ 2 ਲੱਖ ਤੋਂ ਵੱਧ ਕੇਸ ਹੋ ਗਏ ਆ, ਤੇ ਹੁਣ ਆ ਕੇ ਸਰਕਾਰ ਜਾਗੀ ਆ, ਤੇ ਆਪਣੇ ਆਪ ਇਹਦੇ ਉੱਤੇ ਸਵਾਲ ਲੋਕਾਂ ਨੇ ਕੁਦਰਤੀ ਕਰਨੇ ਹੀ ਆ। ਤਾਈਓ ਲੋਕਾਂ ਦਾ ਜਿਹੜਾ ਵਿਸ਼ਵਾਸ ਆ
ਚਾਹੇ ਕਰੋਨਾ ਨੂੰ ਲੈ ਕੇ ਆ, ਚਾਹੇ ਕਰੋਨਾ ਦੇ ਇਲਾਜ ਨੂੰ ਲੈ ਕੇ ਆ, ਚਾਹੇ ਕਰੋਨਾ ਦੀ ਵੈਕਸੀਨ ਨੂੰ ਲੈ ਕੇ। ਸਰਕਾਰ ਤੇ ਇਸੇ ਕਰਕੇ ਨਹੀਂ ਬੈਠਦਾ ਵੀ ਇਹ ਕਹਿੰਦੇ ਕੁਛ ਆ ਕਰਦੇ ਕੁਛ ਆ, ਸਮੇਂ ਤੋਂ ਸਮਾਂ ਵਿਹਾ ਚੁੱਕਾ ਹੁੰਦਾ, ਫੇਰ ਇਹ ਜਾਗ ਖੁੱਲਦੀ ਆ। ਇਹੀ ਗੱਲ ਜਿਹੜੀ ਹੁਣ 50,000 ਮੀਟ੍ਰਿਕ ਟਨ ਆਕਸੀਜਨ ਦਰਾਮਦ ਹੁਣ ਕਰਨੀ ਆ, ਕਦੋਂ ਆਊਗੀ ਕੋਈ ਸਮੇਂ ਸੀਮਾ ਨਹੀਂ। ਫੇਰ ਪਲਾਂਟ ਲੱਗਣੇ ਆ, ਜੇ 1 ਸਾਲ ਦੇ ਵਿੱਚ ਵੀ ਨਹੀਂ 100 ਹਸਪੀਟਲਾਂ ਨੂੰ ਨਾ ਸਹੀ ਕਿਤੇ ਜਿਹੜੇ ਗੰਭੀਰ ਤੁਹਾਨੂੰ ਲੱਗਦਾ ਵੀ ਦਿੱਲੀ ਬੰਬੇ ਵਰਗੇ ਜਿੱਥੇ ਕੰਜਸਟਡ ਸ਼ਹਿਰ ਆ ਵੱਡੇ, ਉੱਥੇ ਹੀ ਇਹੋ ਜਿਹੇ ਪਲਾਂਟ ਲੱਗ ਜਾਂਦੇ ਤਾਂ ਹੋ ਸਕਦਾ ਉੱਥੋਂ ਗਾਹਾਂ ਸਪਲਾਈ ਆਕਸੀਜਨ ਦੀ ਵਧੀਆ ਹੋਣ ਲੱਗ ਪੈਂਦੀ। ਪਰ ਹੁਣ ਆਮ ਆਪਾਂ ਦੇਖਦੇ ਹਾਂ ਮਹਾਰਾਸ਼ਟਰ, ਛੱਤੀਸਗੜ੍ਹ ਸਭ ਤੋਂ ਵੱਧ, ਮੱਧ ਪ੍ਰਦੇਸ਼, ਹੁਣ ਤਾਂ ਯੂਪੀ ਵੀ ਪੂਰੀ ਤਰ੍ਹਾਂ ਲਪੇਟ 'ਚ ਆ ਗਿਆ। ਪਹਿਲਾਂ ਤਾਂ ਕਹਿੰਦੇ ਸੀ ਯੂਪੀ 'ਚ ਅਜੇ ਹੈ ਨਹੀਂ, ਉੱਥੇ ਵੀ ਜਦੋਂ ਹੁਣ 22,000 ਕੇਸ ਇੱਕ ਦਿਨ 'ਚ ਆਉਣ ਲੱਗ ਪਏ ਨਾ, ਤੇ ਹੁਣ ਉੱਥੋਂ ਦੀ ਸਰਕਾਰ ਵੀ ਜਾਗ ਪਈ। ਹੁਣ ਇਹਨਾਂ ਨੂੰ ਰੈਲੀਆਂ ਵੀ ਭੁੱਲ ਗਈਆਂ। ਜੋਗੀ ਸਾਹਿਬ ਵੀ ਮੁੜ ਕੇ ਆ ਗਏ ਬੰਗਾਲ ਤੋਂ, ਹੁਣ ਆਪਣੇ ਆਪ ਉਹ ਕਰੋਨਾ ਹੋ ਗਿਆ ਪੋਜ਼ਿਟਿਵ ਤੇ ਉਹ ਆਈਸੋਲੇਟ ਹੋ ਗਏ। ਖੈਰ ਆਪਾਂ ਇਸ ਗੱਲ ਨੂੰ ਨਹੀਂ ਕਹਿੰਦੇ ਵੀ ਕਿਸੇ ਨੂੰ ਕਰੋਨਾ ਹੋਵੇ, ਚਾਹੇ ਵਿਰੋਧੀ ਹੋਵੇ, ਉਹਦੀ ਖੈਰ ਮੰਗਣੀ ਚਾਹੀਦੀ ਹੈ। ਕੋਈ ਹੋਵੇ ਬੰਦਾ, ਰੱਬ ਹਰ ਇੱਕ ਦੇ ਭਲੀ ਕਰੇ। ਪਰ ਇਹਨਾਂ ਦੇ ਕੋਲ ਸਾਰਾ ਕੁਝ ਹੈ, ਸਿਸਟਮ ਇਹਨਾਂ ਨੇ ਚਲਾਉਣਾ, ਪ੍ਰਬੰਧ ਇਹਨਾਂ ਨੇ ਕਰਨਾ, ਲਿਆਉਣਾ, ਦੇਣਾ, ਫੈਲਣਾ, ਕਰਨਾ, ਸਾਰਾ ਕੁਝ ਇਹਨਾਂ ਦੇ ਹੱਥ ਆ। ਬਾਵਜੂਦ ਇਸ ਦੇ ਇਹ ਕਿਹੜੀ ਗੱਲ ਨੂੰ ਉਡੀਕਦੇ ਰਹਿੰਦੇ ਇੰਨਾ ਚਿਰ ਵੀ ਇਹ 2 ਲੱਖ ਅੰਕੜੇ ਹੋਣ ਨੂੰ ਉਡੀਕਦੇ ਸੀਗੇ ਵੀ ਹੁਣ ਅਸੀਂ ਕਰੀਏ। ਇਹ ਪਹਿਲਾ ਫੈਸਲਾ ਕਿਉਂ ਨਹੀਂ ਲਿਆ ਗਿਆ? ਜੇ ਮਾਰਚ ਵਿੱਚ ਸ਼ੁਰੂਆਤ ਹੋ ਗਈ ਸੀਗੀ, ਤੁਹਾਨੂੰ ਪਤਾ ਲੱਗ ਗਿਆ ਸੀਗਾ ਵੀ ਹੁਣ ਇਹ ਵਧਣ ਲੱਗ ਪਏ ਆ, ਨਵੀਂ ਵੇਵ ਆ ਗਈ ਆ ਜਾਂ ਨਵਾਂ ਵੇਰੀਐਂਟ ਆ ਗਿਆ, ਉਦੋਂ ਇਹਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ? ਹੋ ਸਕਦਾ ਇਸ ਮਹੀਨੇ ਦੌਰਾਨ ਹੀ ਆਕਸੀਜਨ ਦਾ ਪ੍ਰਬੰਧ ਹੀ ਹੋ ਜਾਂਦਾ। ਜੇ ਆਪਾਂ ਲਾਗ ਦੀ ਜਿਹੜੀ ਇਨਫੈਕਟਡ ਗਿਣਤੀ ਨਹੀਂ ਘਟਾ ਸਕਦੇ, ਘੱਟੋ ਘੱਟ ਮੌਤਾਂ ਦੀ ਗਿਣਤੀ ਤਾਂ ਘਟਾ ਹੀ ਸਕਦੇ ਸੀ। ਬਿਲਕੁਲ। ਆਕਸੀਜਨ ਦੇਣ ਨਾਲ ਉਸ ਮਰੀਜ਼ ਨੂੰ ਕਹਿੰਦੇ ਬਹੁਤ ਜ਼ਿਆਦਾ ਰਾਹਤ ਮਿਲਦੀ ਆ, ਜਿਹੜਾ ਕਿ ਇਸ ਤੋਂ ਗੰਭੀਰ ਪੀੜਤ ਹੋ ਜਾਂਦਾ ਹੈ। ਕਿਉਂਕਿ ਸਭ ਤੋਂ ਵੱਡੀ ਗੱਲ ਹੈ ਆਕਸੀਜਨ ਹੀ ਘਟਾਉਂਦਾ ਆ, ਜੋ ਡਾਕਟਰਾਂ ਦੇ ਔਰ ਮਾਹਰਾਂ ਦਾ ਦੱਸਣਾ ਹੈ। ਤੇ ਜੇ ਇਹਦਾ ਪ੍ਰਬੰਧ ਪਹਿਲਾਂ ਕੀਤਾ ਜਾਂਦਾ ਤਾਂ ਹੋ ਸਕਦਾ ਜਿਹੜੀ ਅੱਜ ਦੀ ਗਿਣਤੀ ਆ 1185 ਵਾਲੀ, ਇਹ ਘੱਟੋ ਘੱਟ 185 ਤੱਕ ਰਹਿ ਸਕਦੀ ਸੀਗੀ। ਪਰ ਸਰਕਾਰ ਜਾਗਦੀ ਉਦੋਂ ਆ ਜਦੋਂ ਸਮਾਂ ਲੰਘ ਜਾਂਦਾ। ਉਹ ਇੰਨੀ ਕੁ ਵਿਅਸਤ ਹੋ ਜਾਂਦੀ ਆਪਣੇ ਤਾਮ ਝਾਮ ਦੇ ਵਿੱਚ ਵੀ ਉਹ ਵੀ ਸਟੇਟ ਆ ਗਿਆ, ਉਹ ਵੀ ਆ ਗਿਆ। ਹੁਣ ਮੰਨ ਲਓ ਆ 6 ਮਹੀਨੇ ਆ, ਜੇ ਹੁਣ ਕਹਿੰਦੇ ਮਈ ਐਂਡ ਤੱਕ ਇਹਦਾ ਪੀਕ ਆ, ਇਹ ਵੀ ਕੋਈ ਪੱਕਾ ਅੰਦਾਜ਼ਾ ਨਹੀਂ ਹੈਗਾ। ਜੂਨ ਤੱਕ ਕਹਿ ਦਈਏ, ਉਹ ਵੀ ਕੋਈ ਪੱਕਾ ਨਹੀਂ ਹੈਗਾ। ਫਿਰ ਕਹਿਣਗੇ ਗਰਮੀਆਂ ਇਦਾਂ ਲੰਘ ਜਾਣਗੀਆਂ ਸੌਖੀਆਂ, ਸਿਆਲ ਆਊਗਾ, ਅਕਤੂਬਰ, ਨਵੰਬਰ, ਦਸੰਬਰ 'ਚ ਫੇਰ ਇਹਨੇ ਜੋੜ ਫੜਨਾ। ਜੇ ਤੁਹਾਨੂੰ ਪਤਾ ਸਾਰਾ, ਦੇਖਿਓ ਥੋੜੇ ਦਿਨ ਹੋਰ ਰੁਕ ਜਾਓ, ਤੁਹਾਨੂੰ ਆਗੂਆਂ ਦੇ ਬਿਆਨ ਇਦਾਂ ਆਉਣ ਲੱਗ ਪੈਣੇ ਆ ਵੀ ਦੇਖੋ ਜੀ ਸਿਆਲ ਦੇ ਵਿੱਚ ਜਾ ਕੇ ਇਹਦਾ ਫੇਰ ਜ਼ੋਰ ਫੜਨਾ, ਜੂਨ ਦੇ ਵਿੱਚ ਥੋੜਾ ਘਟ ਜਾਊਗਾ। ਫਿਰ ਤੇ ਤੁਸੀਂ ਉਸ ਘਟਣ ਵਧਣ ਦੇ ਨਾਲ ਕਿਉਂ ਜੁੜੇ ਹੋਏ ਆ? ਤੁਸੀਂ ਆਪ ਦਾ ਪ੍ਰਬੰਧ ਸਿਹਤ ਦਾ ਕਰਦੇ ਕਿਉਂ ਨਹੀਂ? ਸਿਸਟਮ ਦਾ ਤੁਹਾਡਾ ਸੱਤਿਆਨਾਸ਼ ਹੋ ਗਿਆ। ਉਹ ਪਹਿਲਾਂ ਵੀ ਇੱਧਰ ਹੈ ਨਹੀਂ ਸੀ, ਸਿਹਤ ਪੱਖੋਂ ਤਾਂ ਕਿਸੇ ਵੀ ਸਰਕਾਰ ਨੇ ਅੱਜ ਤੱਕ ਨਹੀਂ ਕੀਤਾ। ਜੇ ਆਪਾਂ ਵਿਦੇਸ਼ਾਂ 'ਚ ਦੇਖੀਏ ਤੇ ਜਿੱਥੇ ਬਹੁਤ ਪਰਪੱਕਤਾ ਨਾਲ ਸਿਹਤ ਸਿਸਟਮ ਸੀਗਾ, ਅਮਰੀਕਾ ਵਰਗੇ ਦੇਸ਼ 'ਚ, ਉੱਥੇ ਇਸ ਬਿਮਾਰੀ ਨੇ ਤਹਿਸ ਨਹਿਸ ਕਰ ਦਿੱਤਾ ਉਹਨਾਂ ਨੂੰ। ਆਪਾਂ ਦੇਖਿਆ ਹੋਣਾ ਨਿਊਯਾਰਕ ਦੇ ਪਾਰਕਾਂ ਦੇ ਵਿੱਚ ਲਾਸ਼ਾਂ ਰੁਲਦੀਆਂ ਪੈਂਦੀਆਂ ਸੀ, ਮਰੀਜ਼ ਰੁਲਦੇ ਸੀਗੇ। ਉਹ ਅਮਰੀਕਾ ਵਰਗੇ ਦੇਸ਼ ਦਾ ਹਾਲ ਸੀਗਾ। ਤੇ ਹੁਣ ਉਹ ਇੰਡੀਆ ਉਹਦੇ ਮੁਕਾਬਲੇ ਕਿੱਥੇ ਖੜਾ ਸੀਗਾ? ਤੇ ਜੇ ਆਪਾਂ ਉੱਥੋਂ ਵੀ ਨਹੀਂ ਸਿੱਖਿਆ, ਹੁਣ ਫਿਰ ਉਹੀ ਹਾਲਤ ਆ ਵੀ ਤੁਸੀਂ ਦੇਖੋ ਮਰੀਜ਼ ਜਿਹੜੇ ਆ ਉਹਨਾਂ ਨੂੰ ਦਾਖਲਾ ਹਸਪਤਾਲਾਂ 'ਚ ਨਹੀਂ ਮਿਲ ਰਿਹਾ, ਬੈੱਡਾਂ ਦੀ ਘਾਟ ਹੋਣ ਕਰਕੇ। ਕਈ ਤਾਂ ਮੈਨੂੰ ਲੱਗਦਾ ਪੈਲਸਾਂ ਨੂੰ ਬਣਾ ਲਿਆ ਸੀਗਾ, ਹੁਣ ਫਿਰ ਉਹੀ ਹਾਲਤ ਬਣ ਗਈ ਆ। ਇੱਧਰ ਧਿਆਨ ਸਰਕਾਰ ਨੇ ਸ਼ੁਰੂ ਤੋਂ ਨਹੀਂ ਦਿੱਤਾ। ਤਾਂ ਜੇ ਹੁਣ ਇਸ ਬਜਟ ਦੇ ਵਿੱਚ ਸਿਹਤ ਮਹਿਕਮੇ ਲਈ ਬਹੁਤ ਜ਼ਿਆਦਾ ਫੰਡ ਰੱਖਿਆ ਵੀ ਆ, ਉਹਦੀ ਵਰਤੋਂ ਯੂਜ਼ ਕਦੋਂ ਕਰਨਾ ਆ? ਜਦੋਂ ਤੁਹਾਡੀਆਂ ਚੋਣਾਂ ਆ ਜਾਣਗੀਆਂ 24 ਦੇ ਕੋਲ, ਉਦੋਂ ਜਾ ਕੇ ਕਰਨੀਆਂ। ਇਹ ਵੀ ਸੋਚਣ ਵਾਲੀ ਗੱਲ ਆ। ਫੰਡ ਤੁਸੀਂ ਰੱਖ ਲਿਆ ਬਹੁਤ ਵੱਡਾ, ਸਾਰਿਆਂ ਨੇ ਉਹਦੀ ਪ੍ਰੇਜ਼ ਕੀਤਾ, ਉਹਦੀ ਸ਼ਲਾਘਾ ਕੀਤੀ ਹੈ ਵੀ ਸ਼ੁਕਰ ਹੈ ਸਰਕਾਰ ਕਰੋਨਾ ਕਰਕੇ ਸਹੀ, ਪਰ ਸਿਹਤ ਮਹਿਕਮੇ ਵਾਲੇ ਪਾਸੇ ਧਿਆਨ ਦੇਣ ਲੱਗੀ ਆ ਤੇ ਜਾਗਰੂਕ ਹੋਈ ਆ, ਤੇ ਇਹਦੇ ਵੱਲੋਂ ਇੱਕ ਪ੍ਰਬੰਧ ਮਜ਼ਬੂਤ ਹੋਵੇਗਾ। ਪਰ ਉਹਦੇ ਵਿੱਚ ਕੋਈ ਦਿਸਿਆ ਨਹੀਂ ਸਾਨੂੰ ਕੀ ਪ੍ਰਬੰਧ ਮਜ਼ਬੂਤ ਹੋਊਗਾ। ਇਹਦੀ ਮਿਸਾਲ ਇਹੀ ਆ ਵੀ ਹੁਣ ਜਾ ਕੇ ਕਹਿਣ ਲੱਗੇ ਪਏ ਅਸੀਂ ਆਕਸੀਜਨ ਇੰਪੋਰਟ ਕਰਨੀ ਆ। ਇਹ ਬਹੁਤ ਦੇਰ ਹੋ ਚੁੱਕੀ ਆ। ਇਹਦੇ ਵੱਲ ਨੂੰ ਜਿੰਨਾ ਧਿਆਨ ਵੱਧ ਦਊਂਗੇ ਤਾਂ ਹੀ ਆ, ਨਹੀਂ ਤਾਂ ਫਿਰ ਵੱਡੇ ਵੱਡੇ ਆਗੂ ਵੀ ਹੁਣ ਕਰੋਨਾ ਦੇ ਲਪੇਟ 'ਚ ਆ ਰਹੇ ਆ। ਅੱਜ ਦੀ ਰਿਪੋਰਟ ਆ ਵੀ ਆਪਣੇ ਪੰਜਾਬ ਦੇ ਹਰਸਿਮਰਤ ਕੌਰ ਬਾਦਲ ਹੋਣੀ ਵੀ ਕਰੋਨਾ ਪੋਜ਼ਿਟਿਵ ਆ ਗਏ ਆ। ਇਸ ਬਿਮਾਰੀ ਅੱਗੇ ਹਰੇਕ ਬੰਦਾ ਬੇਬਸ ਆ। ਆਪਾਂ ਕਹੀਏ ਵੀ ਸਰਕਾਰ ਨਹੀਂ, ਲੋਕ ਨਹੀਂ, ਸਾਰੇ ਹੀ ਬੇਬਸ ਆ। ਪਰ ਜੇ ਸਰਕਾਰ ਕੋਲ ਪ੍ਰਬੰਧ ਤਾਂ ਜ਼ਰੂਰ ਹੈਗੇ ਕਰਨ ਦੇ, ਲੋਕਾਂ ਕੋਲ ਨਹੀਂ ਹੈਗੇ, ਠੀਕ ਆ। ਸਰਕਾਰ ਕੋਲ ਤਾਂ ਹੈਗੇ ਆ, ਉਹਨੂੰ ਪ੍ਰਬੰਧ ਕਰਨਾ ਚਾਹੀਦਾ। ਲੋਕਾਂ ਨੂੰ ਮਜਬੂਰ ਨਹੀਂ ਹੋਣ ਦੇਣਾ ਚਾਹੀਦਾ। ਤੇ ਲੋਕਾਂ ਦੀ ਆਪਣੀ ਜ਼ਿੰਮੇਵਾਰੀ ਵੀ ਬਣਦੀ ਆ। ਭਾਈ ਜਾਨ ਹੈ ਤਾਂ ਜਹਾਨ ਆ। ਤੁਸੀਂ ਆਪ ਬਚੋ, ਆਪ ਦੇ ਪਰਿਵਾਰ ਨੂੰ ਬਚਾਓ, ਆਪ ਦੇ ਸਕੇ ਸੰਬੰਧੀਆਂ ਨੂੰ ਬਚਾਓ। ਤੇ ਇਹਦਾ ਇੱਕੋ ਹੀ ਤੋੜ ਆ ਵੀ ਮਾਸਕ ਲਗਾਓ, ਸਮਾਜਿਕ ਦੂਰੀ ਬਣਾ ਕੇ ਰੱਖੋ, ਸੈਨੀਟਾਈਜ਼ਰ, ਹੱਥ ਧੋਣੇ, ਤੇ ਨਾਲ ਵੈਕਸੀਨੇਸ਼ਨ ਦੀ ਜਿਹੜੀ ਚੱਲ ਰਹੀ ਡਰਾਈਵ, ਉਹਦੇ ਵਿੱਚ ਵੱਧ ਤੋਂ ਵੱਧ ਵੈਕਸੀਨੇਸ਼ਨ ਲਗਾਉਣ ਦੀ ਕੋਸ਼ਿਸ਼ ਕਰੋ। ਤੇ ਵੈਕਸੀਨੇਸ਼ਨ ਦੀ ਤੁਸੀਂ ਗੱਲ ਕਰ ਰਹੇ ਆ, ਤੇ ਵੈਕਸੀਨੇਸ਼ਨ ਦੀ ਕੀ ਸਥਿਤੀ ਹੈ ਇਸ ਵੇਲੇ?
ਬਿਲਕੁਲ ਜੀ, ਹੁਣ ਤੱਕ ਜਿਹੜੀ ਜਨਵਰੀ ਤੋਂ ਸ਼ੁਰੂ ਹੋਈ ਸੀ ਵੈਕਸੀਨੇਸ਼ਨ ਦੀ ਡਰਾਈਵ ਮੁਹਿੰਮ, ਉਹ ਹੁਣ 11 ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨ ਦੀ ਡੋਜ਼ ਜਿਹੜੀ ਲੱਗ ਚੁੱਕੀ ਆ ਤੇ ਦੂਜੀ ਡੋਜ਼ ਜਿਹੜੀ ਲੱਗਣ ਵਾਲੀ ਆ ਉਹ ਗਿਣਤੀ ਭਾਵੇਂ ਥੋੜੀ ਘੱਟ ਹੈ, 1.5-2 ਕਰੋੜ ਹੀ ਆ, ਪਰ ਫਿਰ ਵੀ ਇਹ ਜਿਹੜੀ ਗਿਣਤੀ ਘੱਟ ਆ ਜੀ। ਘੱਟ ਕਿਉਂ ਗਈ ਆ? ਕਿਉਂਕਿ ਰੌਲਾ ਪੈਣ ਲੱਗ ਪਿਆ ਵੀ ਕਈ ਸੂਬਿਆਂ ਦੇ ਵਿੱਚ ਵੈਕਸੀਨ ਦੇ ਸਟਾਕ ਜਿਹੜੇ ਖਤਮ ਹੋਣ ਲੱਗ ਪਏ ਆ, ਉਹਦੇ ਉੱਤੇ ਸਿਆਸਤ ਕਹਿੰਦੇ ਕਰਨ ਲੱਗ ਪਏ ਆ। ਸਰਕਾਰ ਕਹਿੰਦੀ ਤੁਸੀਂ ਇੰਨੇ ਡੋਜ਼ ਖਰਾਬ ਕਰਤੇ ਆ, ਅਸੀਂ ਇੰਨੇ ਭੇਜੇ ਕਿੱਥੇ ਗਏ ਆ। ਉਹ ਗਿਣਤੀ ਮਿੰਟੀ ਵਾਲਾ ਸਮਾਂ ਤਾਂ ਹੁਣ ਹੈ ਨਹੀਂ। ਇਹ ਸਮਾਂ ਸੀਗਾ ਜੇ ਸਾਨੂੰ ਰਾਹਤ ਰਹਿੰਦੀ ਕੋਰੋਨਾ ਤੋਂ, ਹੁਣ ਗਿਣਤੀ ਮਿੰਟੀ ਵਾਲਾ ਹੈ ਨਹੀਂ। ਜੇ ਕਿਸੇ ਕੋਲ ਨਹੀਂ ਹੈਗਾ ਤੇ ਉਦਾਂ ਹੀ ਤਾਂ ਲਿਖ ਕੇ ਬਾਹਰ ਸਟਾਕ ਦੇ ਲਾਇਆ ਨਹੀਂ ਪਏ ਵੈਕਸੀਨ ਆਊਟ ਆਫ ਸਟਾਕ, ਤੇ ਜੇ ਕਿਤੇ ਕੋਈ ਕਹਿੰਦਾ ਹੈ ਤੇ ਉਹਦੇ ਪ੍ਰਤੀ ਸਰਕਾਰ ਨੂੰ, ਸੈਂਟਰ ਨੂੰ ਭੱਜਣਾ ਚਾਹੀਦਾ, ਉੱਥੇ ਵੈਕਸੀਨ ਪਹੁੰਚਾਉਣਾ ਚਾਹੀਦਾ। ਪਰ ਪਤਾ ਇਹ ਵੀ ਲੱਗਾ ਵੀ ਪ੍ਰੋਡਕਸ਼ਨ ਵੀ ਹੋ ਰਹੀ ਆ, ਪਰ ਥੋੜੀ ਜਿਹੀ ਲਿਮਿਟਡ ਸੀਮਤ ਮਾਤਰਾ 'ਚ ਹੋ ਰਹੀ ਆ। ਕਹਿਣ ਤੋਂ ਭਾਵ ਹੈ ਵੀ ਸਲੋ ਆ ਜੀ। ਤੇ ਇਹਦੇ ਵਿੱਚ ਸਵਾਲ ਇਹ ਵੀ ਉੱਠਦੇ ਆ ਵੀ ਤੁਸੀਂ ਹੁਣ ਵਿਦੇਸ਼ੀ ਵੈਕਸੀਨਾਂ ਨੂੰ ਪ੍ਰਵਾਨਗੀ ਦੇ ਰਹੇ ਆ, ਤੇ ਜਦੋਂ ਸਤੰਬਰ ਅਕਤੂਬਰ ਦੇ ਵਿੱਚ ਸਪੁਤਨਿਕ ਰੂਸ ਦੀ ਆਈ ਸੀਗੀ, ਉਹਦੇ ਵੱਲ ਨੂੰ ਧਿਆਨ ਨਹੀਂ ਦਿੱਤਾ ਗਿਆ। ਫਾਈਜ਼ਰ ਨੇ ਵੀ ਅਪਲਾਈ ਕੀਤਾ ਸੀਗਾ ਐਮਰਜੈਂਸੀ ਯੂਜ਼ ਵਾਸਤੇ ਇੰਡੀਆ 'ਚ, ਉਹਨੂੰ ਕਹਿੰਦੇ ਡਾਟਾ ਦਿਓ, ਉਹ ਵੀ ਭੱਜ ਗਈ, ਉਹਨੇ ਐਪਲੀਕੇਸ਼ਨ ਹੀ ਵਾਪਸ ਲੈ ਲਈ। ਹੁਣ ਇਹ ਫੈਸਲਾ ਕਰ ਰਹੇ ਆ ਵੀ ਅਸੀਂ ਐਪਲੀਕੇਸ਼ਨ ਆਉਣ ਦੇ 3 ਦਿਨ ਬਾਅਦ ਹੀ ਅਪਰੂਵਲ ਦੇ ਦਾਂਗੇ। ਹੁਣ ਅਗਲਿਆਂ ਦੇ ਆਪਣੇ ਦੇਸ਼ 'ਚ ਵੀ ਲਾਉਣੇ ਆ, ਤੁਹਾਡੇ ਵਰਗੇ ਦਾਨੀ ਸਾਰੇ ਤਾਂ ਹੈ ਨਹੀਂ ਵੀ ਆਪਣਾ ਦੇਸ਼ ਛੱਡ ਕੇ ਤੁਸੀਂ ਬਾਹਰਲੇ ਦੇਸ਼ਾਂ ਨੂੰ ਵੈਕਸੀਨ ਦੀ ਐਨ ਚੈਨ ਚਲਾਤੀ ਸੀ ਕਿ ਵੀ ਜਾਣ ਦਿਓ। ਖੈਰ ਉਹ ਵੀ ਮਨੁੱਖਤਾ ਦਾ ਇੱਕ ਕੰਮ ਆ, ਦੇਣੀ ਚਾਹੀਦੀ ਸੀਗੀ, ਪਰ ਜਦੋਂ ਆਪਣੇ ਵਧਣ ਲੱਗ ਪਏ ਸੀ ਤਾਂ ਉਹਨੂੰ ਰੋਕ ਲੈਣਾ ਚਾਹੀਦਾ ਸੀ। ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀ। ਸਰਕਾਰ ਨੂੰ ਇਹਦੇ ਪ੍ਰਤੀ ਫੈਸਲਾ ਲੈ ਕੇ ਉਦੋਂ ਐਕਸਪੋਰਟ ਬੰਦ ਕਰ ਦੇਣਾ ਚਾਹੀਦਾ ਸੀਗਾ ਵੀ ਸਾਡੇ ਦੇਸ਼ 'ਚ ਵੱਧ ਰਹੇ ਆ, ਅਸੀਂ ਇੱਥੇ ਟੀਕੇ ਲਾਉਣੇ ਆ, ਇਸ ਤੋਂ ਬਾਅਦ ਸੋਚਾਂਗੇ ਜੇ ਪ੍ਰੋਡਕਸ਼ਨ ਵਧੀ ਤੇ ਭੇਜ ਦਾਂਗੇ। ਪਰ ਉਧਰ ਧਿਆਨ ਨਹੀਂ ਦਿੱਤਾ। ਹੁਣ ਫਾਈਜ਼ਰ ਵਾਲੇ ਵੀ ਕਦੋਂ ਐਪਲੀਕੇਸ਼ਨ ਦਿੰਦੇ ਆ, ਮੋਡੇਰਨਾ ਵਾਲੀ ਕਦੋਂ ਐਪਲੀਕੇਸ਼ਨ ਦਿੰਦੇ ਆ, ਇਹਦਾ ਹਜੇ ਕੋਈ ਪਤਾ ਨਹੀਂ। ਪਰ ਸਰਕਾਰ ਹੁਣ ਦੱਸਣ ਲੱਗ ਪਈ ਵੀ ਅਸੀਂ ਵਿਦੇਸ਼ੀ ਵੈਕਸੀਨਾਂ ਨੂੰ ਵੀ ਅਪਰੂਵਲ ਦੇਣ ਜਾ ਰਹੇ ਆ, ਪਰ ਬਹੁਤ ਦੇਰ ਕਰ ਦਿੱਤੀ। ਜੇ ਇਹਨਾਂ ਨੂੰ ਇਹ ਸੀਗਾ ਵੀ ਅਸੀਂ ਪਹਿਲਾਂ ਭਾਰਤ ਵਾਲੀ ਵੈਕਸੀਨ ਸ਼ੁਰੂ ਕਰਨੀ ਆ, ਇਹਨਾਂ ਦੇ ਦਿਮਾਗ 'ਚ ਇਹ ਗੱਲ ਸੀਗੀ ਵੀ ਅਸੀਂ ਆਪਣਾ ਨੰਬਰ ਲੈਣੇ ਆ, ਆਪਣੇ ਨੰਬਰ ਬਣਾਉਣੇ ਆ, ਤੇ ਬਿਮਾਰੀ ਦੇ ਅੱਗੇ ਨੰਬਰ ਤਾਂ ਬਣਾਉਣ ਵਾਲੀ ਗੱਲ ਹੁੰਦੀ ਨਹੀਂ ਨਾ। ਉਹ ਵੀ ਕੁਦਰਤੀ ਚੀਜ਼ ਆ, ਕੁਦਰਤੀ ਬਿਮਾਰੀ ਆ, ਤੇ ਉਹਦੇ ਮੂਹਰੇ ਨੰਬਰ ਬਣਾਉਣ ਦੀ ਬਜਾਏ ਜੇ ਤੁਸੀਂ ਪਹਿਲਾਂ ਹੀ ਵਿਦੇਸ਼ੀ ਵੈਕਸੀਨਾਂ ਨੂੰ ਵੀ ਨਾਲ ਜੋੜ ਲੈਂਦੇ, ਜਿਹਦਾ ਜੀ ਕਰਦਾ ਸੀ ਉਹਨੂੰ ਕਹਿੰਦਾ ਭਾਈ ਤੁਸੀਂ ਵਿਦੇਸ਼ੀ ਲਵਾਣੀ ਵਿਦੇਸ਼ੀ ਲਵਾ ਲਓ, ਦੇਸੀ ਲਵਾਣੀ ਦੇਸੀ ਲਵਾ ਲਓ। ਪੈਸਿਆਂ ਦੀ ਉਹ ਵੀ ਮਿਲਣੀ ਸੀਗੀ, ਪ੍ਰਾਈਵੇਟ ਪੈਸਿਆਂ ਦੀ ਵੀ ਮਿਲਣੀ ਸੀ, ਤੁਹਾਡੇ ਜਿਹੜੇ ਸਰਕਾਰੀ ਆ ਫ੍ਰੀ ਚੱਲਦਾ ਸੀਗਾ। ਤੇ ਉਹਦਾ ਇੱਕ ਫਲੋ, ਸਪਲਾਈ ਚੈਨ ਔਰ ਇਹ ਡਰਾਈਵ ਜਿਹੜੀ ਮੁਹਿੰਮ ਆ ਇਹ ਸਮੂਥਲੀ ਚੱਲਣ ਲੱਗ ਪੈਣੀ ਸੀਗੀ ਜੀ। ਹੁਣ ਇਹ ਜਿਹੜੀ ਕਿਤੇ ਨਾ ਕਿਤੇ ਖੜੋਤ ਆ ਰਹੀ ਆ ਨਾ, ਉਹਦੇ ਕਰਕੇ ਹੁਣ ਵੈਕਸੀਨ ਵੱਲ ਨੂੰ ਵੀ ਸਰਕਾਰ ਨੇ ਪੈਰ ਪੁੱਟ ਲਏ ਆ ਤੇ ਫਟਾਫਟ ਹੁਣ ਵਿਦੇਸ਼ੀ ਵੈਕਸੀਨਾਂ ਨੂੰ ਵੀ ਲਵਾਈ ਆ ਜੀ। ਤੇ ਕਰੋਨਾ ਟੀਕਿਆਂ ਦੀ ਘਾਟ ਕਰਕੇ ਤੇ ਨਹੀਂ ਕਿਤੇ ਚੋਰੀ ਹੋਣ ਲੱਗ ਪਏ ਹੁਣ ਟੀਕੇ? ਬਿਲਕੁਲ ਜੀ, ਇਹ ਵੀ ਗੱਲ ਇੱਕ ਜੈਪੁਰ ਦੀ ਆਈ ਸੀਗੀ ਕਿ 320 ਜਿਹੜੇ ਡੋਜ਼ ਆ ਉਹਦੇ ਚੋਰੀ ਹੋਏ ਗਏ ਆ। ਹੁਣ ਉਹਦੇ ਵਿੱਚ ਵੀ ਜਾਂਚ ਦਾ ਵਿਸ਼ਾ ਆ ਵੀ ਪਹਿਲਾਂ ਤਾਂ ਉਹ ਕਿਸੇ ਦੀ ਨਿਗਰਾਨੀ ਹੇਠ ਸੀਗੇ, ਜੇ ਸੀਗੇ ਤਾਂ ਉਸ ਬੰਦੇ ਨੇ ਨਿਗਰਾਨੀ ਚੰਗੀ ਤਰ੍ਹਾਂ ਕੀਤੀ ਕਿ ਨਹੀਂ ਕੀਤੀ। ਤੇ ਉਹਦਾ ਕਿਸੇ ਨੇ ਕੀ ਚਾਰ ਪਾਉਣਾ ਹੈ ਕਰੋਨਾ ਟੀਕਿਆਂ ਦਾ 320 ਖੁਰਾਕਾਂ ਚੋਰੀ ਕਰਨ ਦਾ? ਸਾਡੀ ਮਾਨਸਿਕਤਾ ਉਦਾਂ ਦੀ ਨਾ। ਹੋ ਸਕਦਾ ਉਹ ਕਿਸੇ ਨੂੰ ਜਾ ਕੇ ਮਹਿੰਗੇ ਮੁੱਲ ਵੇਚ ਦੇਵੇ, ਫ੍ਰੀ ਚੱਕਿਆ ਸਰਕਾਰੀ ਹਸਪੀਟਲ ਚੋਂ 250 ਰੁਪਏ ਪ੍ਰਾਈਵੇਟ ਬਣਦਾ, ਤੇ ਜਿਹੜਾ ਬੰਦਾ ਇਸ ਹਾਲਤ ਵਿੱਚ ਹੁੰਦਾ ਉਹ ਤਾਂ ਇਹੋ ਜਿਹੇ ਟੀਕੇ ਨੂੰ ਤਾਂ ਉਹ ਕਹਿੰਦਾ ਮੈਨੂੰ ਭਾਵੇਂ ਤੁਸੀਂ 10,000 ਨੂੰ ਦੇ ਦਿਓ। ਤਾਂ ਰੈਮਡੀਸਿਵਿਰ ਵੀ ਜਿਹੜੀ ਦਵਾ ਆ ਜੀਵਨ ਰੱਖਿਆ ਉਹ ਵੀ ਉਹਦੀ ਘਾਟ ਵੀ ਤੇ ਐਂ ਆਈ ਆ, ਬਲੈਕ ਹੋਣ ਲੱਗ ਪਈ। ਉਹ ਬੇਸ਼ੱਕ ਕਰੋਨਾ ਦਾ ਤੋੜ ਹੈ ਨਹੀਂ ਉਹ, ਪਰ ਉਹਦੇ ਨਾਲ ਰਾਹਤ ਕਾਫੀ ਹੱਦ ਤੱਕ ਮਿਲੀ ਆ ਗੰਭੀਰ ਕਰੋਨਾ ਮਰੀਜ਼ਾਂ ਨੂੰ। ਉਹ ਦੇਖ ਕੇ ਤੇ ਮੁੜ ਕੇ ਲੋਕਾਂ ਨੇ ਬਲੈਕ 3500 ਰੁਪਏ ਚ ਵੇਚਣ ਲੱਗ ਪਏ। ਉਹਨੂੰ ਜਦੋਂ ਸਰਕਾਰ ਦੇ ਧਿਆਨ ਚ ਆਇਆ ਤੇ ਹੁਣ ਉਹਦੇ ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਕਹਿੰਦੇ ਸੀ ਨਹੀਂ ਜੀ ਇਹ ਤਾਂ ਹੈ ਹੀ ਨਹੀਂ ਦਵਾ ਕਿਸੇ ਕਿਸਮ ਦੀ। WHO ਨੇ ਵੀ ਕਿਹਾ ਸੀਗਾ ਵੀ ਇਹ ਦਵਾ ਜਿਹੜੀ ਆ ਗੰਭੀਰ ਕਰੋਨਾ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਆ। ਕਾਫੀ ਕਈ ਥਾਵਾਂ ਤੇ ਇਹਦੇ ਵਧੀਆ ਇਫੈਕਟ ਵੀ ਦੇਖਣ ਨੂੰ ਮਿਲੇ ਆ। ਤਾਂ ਜਦੋਂ ਇਹੋ ਜਿਹੀ ਗੱਲ ਆਉਂਦੀ ਆ ਤਾਂ ਫਿਰ ਲੋਕਾਂ ਦੀ ਮਾਨਸਿਕਤਾ ਆਪੇ ਵੱਧ ਜਾਂਦੀ ਆ। ਹੁਣ ਜੇ ਜਿਹੜੇ ਬੰਦੇ ਨੇ ਅੱਜ ਤੋਂ 10 ਦਿਨ ਪਹਿਲਾਂ ਟੀਕਾ ਲਵਾਇਆ ਹੋਊਗਾ, ਹੁਣ ਸਟਾਕ ਖਤਮ ਹੋਣ ਆਇਆ, ਉਹ ਸੋਚਦਾ ਹੋਊਗਾ ਚੰਗਾ ਹੋ ਗਿਆ ਯਾਰ ਉਦੋਂ ਲਵਾ ਲਿਆ ਮੈਂ, ਹੁਣ ਖਤਮ ਹੋਣ ਲੱਗਾ ਮੇਰੀ ਵਾਰੀ ਨਹੀਂ ਸੀ ਹੋਣੀ। ਸੋ ਇਹ ਜਿਹੜੀ ਲੋਕਾਂ ਦੀ ਮਾਨਸਿਕਤਾ ਔਰ ਸਰਕਾਰ ਦੀ ਜਿਹੜੀ ਨਾਕਾਮੀ ਹੀ ਸਾਬਤ ਹੋ ਰਹੀ ਆ ਤੇ ਹੁਣ ਇਹ ਚੋਰੀ ਵਾਲਾ ਕੰਮ ਵੀ ਤੁਰ ਪਿਆ। ਜੀ ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ੇਰਗਿੱਲ ਸਾਹਿਬ, ਅਗਲਾ ਸਵਾਲ ਵੀ ਕਰੋਨਾ ਨਾਲ ਹੀ ਜੁੜਿਆ ਆ। ਕੈਪਟਨ ਸਾਹਿਬ ਨੇ ਬੱਚੇ ਬਿਨਾਂ ਇਮਤਿਹਾਨਾਂ ਤੋਂ ਪ੍ਰਮੋਟ ਕਰਦੇ ਨੇ, ਕੀ ਉਹਨਾਂ ਦੇ ਫਿਊਚਰ ਦੇ ਨਾਲ ਖਿਲਵਾੜ ਨਹੀਂ ਆਏ? ਬਿਲਕੁਲ ਸਵਲੀਨ ਜੀ, ਬੱਚਿਆਂ ਦਾ ਭਵਿੱਖ ਤਾਂ 1 ਸਾਲ ਪਹਿਲਾਂ ਹੀ ਤਬਾਹੀ ਦੇ ਕੰਢੇ ਵੱਲ ਨੂੰ ਤੁਰਿਆ ਹੋਇਆ ਸੀਗਾ ਜੀ। ਉਹ ਇਸ ਸਾਲ ਦੇ ਦੁਬਾਰਾ ਉੱਠੇ ਕਰੋਨਾ ਦੇ ਮਾਮਲਿਆਂ ਕਰਕੇ ਫਿਰ ਡਾਵਾਂਡੋਲ ਹੋ ਗਿਆ। ਹੁਣ ਕਦੋਂ ਤੱਕ ਚੱਲਣਾ ਇਹਦੀ ਵੀ ਹਜੇ ਕੋਈ ਸੰਭਾਵਨਾ ਨਹੀਂ ਪ੍ਰਗਟਾਈ ਜਾ ਸਕਦੀ।
ਵੀ ਜਿਵੇਂ ਕਹਿ ਰਿਹਾ ਵੀ ਜੂਨ ਨੂੰ ਪਹਿਲੀ ਨੂੰ 12ਵੀਂ ਪ੍ਰੀਖਿਆਵਾਂ ਜਿਹੜੀਆਂ ਲੈਣੀਆਂ ਜਾਂ ਨਹੀਂ ਲੈਣੀਆਂ ਉਹਦਾ ਵਿਚਾਰ ਕੀਤਾ ਜਾਊਗਾ। ਹਜੇ ਵੀ ਤੈਅ ਥੋੜੀ ਆ ਜੀ ਵੀ ਜੂਨ ਤੱਕ ਕਰੋਨਾ ਘਟ ਜਾਊਗਾ ਜਾਂ ਖਤਮ ਹੋ ਜਾਊਗਾ। ਬੱਚਿਆਂ ਦੇ ਭਵਿੱਖ ਨੂੰ ਲੈ ਕੇ ਸਾਰੇ ਚਿੰਤਤ ਆ, ਮਾਪੇ ਵੀ, ਲੋਕ ਵੀ, ਸਿੱਖਿਆ ਸ਼ਾਸਤਰੀ ਵੀ, ਇੱਥੋਂ ਤੱਕ ਕਿ ਟੀਚਰ ਵੀ ਚਿੰਤਤ ਆ ਜੀ। ਜਿਸ ਬੱਚੇ ਨੇ ਪਿਛਲੇ ਸਾਲ ਪੜ੍ਹਾਈ ਨਹੀਂ ਕੀਤੀ 9ਵੀਂ ਦੀ, ਉਹ 10ਵੀਂ 'ਚ ਪ੍ਰਮੋਟ ਕਰਤਾ ਸੀ। ਪਿਛਲੇ ਸਾਲ ਵੀ ਇਹੀ ਹੋਇਆ ਸੀਗਾ। ਹੁਣ ਸਾਰਾ ਸਾਲ ਬੇਸ਼ੱਕ ਜੋ ਮਰਜ਼ੀ ਦਾਅਵੇ ਕਰੀ ਜਾਣ, ਨਹੀਂ ਜੀ ਆਨਲਾਈਨ ਪੜ੍ਹਾਈ ਕੀਤੀ ਹੈ ਜੀ, ਅਸੀਂ ਮੋਬਾਈਲ ਵੀ ਲੈ ਕੇ ਦਿੱਤੇ ਆ ਜੀ, ਟੈਬ ਵੀ ਦਿੱਤੇ ਆ ਜੀ, ਇਲੈਕਟ੍ਰਿਕ ਸਿਸਟਮ ਕੀਤਾ ਜੀ, ਟੈਲੀਵਿਜ਼ਨ ਸਕਰੀਨਾਂ ਲਾਈਆਂ, ਬੱਚੇ ਪੜ੍ਹਾਉਣ ਰਹੇ ਸੀ, ਟੀਚਰਾਂ ਦਾ ਕੋਈ ਇਹੋ ਜੀ ਗੱਲ ਦਾਅਵਿਆਂ ਤੱਕ ਹੀ ਸੀਮਤ ਆ। ਆਪਾਂ ਨੂੰ ਵੀ ਦਿਖਦਾ ਤੇ ਪਤਾ ਉਹਨਾਂ ਨੂੰ ਵੀ ਹੈਗਾ, ਦਾਅਵੇ ਜੋ ਮਰਜ਼ੀ ਸਿਆਸੀ ਤੌਰ ਤੇ ਕਰੀ ਜਾਣ ਵੀ ਅਸੀਂ ਪੜ੍ਹਾਈ ਕਰਤੀ। ਪੜ੍ਹਾਈ ਆਨਲਾਈਨ ਵਾਲੀ ਗੱਲ ਕਿਤੇ ਨਹੀਂ ਹੁੰਦੀ ਆ। ਇਹ ਪੜ੍ਹਾਈ ਆਨਲਾਈਨ ਵਾਲੀ ਗੱਲ ਜੇ ਬਾਹਰਲੇ ਦੇਸ਼ਾਂ 'ਚ ਕਹੀਏ ਤਾਂ ਫਿਰ ਬੇਸ਼ੱਕ ਉੱਥੇ ਥੋੜੀ ਸਖਤੀ ਨਾਲ ਕਰ ਸਕਦੇ ਆ। ਇੱਥੇ ਤਾਂ ਬੱਚੇ ਕਲਾਸਾਂ ਵਿੱਚ ਬਹਿ ਕੇ ਨਹੀਂ ਚੰਗੀ ਤਰ੍ਹਾਂ ਪੜ੍ਹਦੇ ਤੇ ਉੱਥੋਂ ਦੂਰ ਬੈਠੇ ਘਰ ਬਹਿ ਕੇ ਆਨਲਾਈਨ ਮੈਡਮਾਂ ਨੂੰ ਦੇਖ ਕੇ ਕਿੱਥੋਂ ਪੜ੍ਹ ਲੈਣਗੇ। ਤੇ ਇਹ ਤਾਂ ਹੁਣ ਇੱਕ ਮੀਮ ਵੈਸੇ ਚੱਲਣ ਡਈ ਆ ਵੀ ਸਾਰੀ ਆਨਲਾਈਨ ਪੜ੍ਹਾਈ ਵੇਲੇ ਬੱਚੇ ਚੁੱਪ ਰਹਿੰਦੇ ਆ, ਜੇ ਕੋਈ ਟੀਚਰ ਪੁੱਛੇ ਵੀ ਤਾਂ ਜਵਾਬ ਬਹੁਤ ਹੌਲੀ ਦਿੰਦੇ ਆ। ਜਾਣ ਵੇਲੇ ਉਹਨਾਂ ਦੇ ਬਾਏ ਬਹੁਤ ਉੱਚੀ ਨਿਕਲਦੀ ਆ, ਬਾਏ ਮੈਡਮ ਬਹੁਤ ਉੱਚੀ। ਮਤਲਬ ਦੇਖੋ ਬੱਚੇ ਇਸ ਕਦਰ ਉਹ ਹਾਵੀ ਹੋ ਗਏ ਇਹਨਾਂ ਤੇ ਵੀ ਠੀਕ ਹੈ ਹੁਣ ਸਮਾਂ ਹੋਣ ਵਾਲਾ, ਮੈਡਮ ਨੇ ਚੱਲ ਜਾਣਾ, ਆਪਾਂ ਕਰਨਾ ਮੁੜ ਕੇ ਫ੍ਰੀ ਆ। ਤੇ ਉਸ ਮੋਬਾਈਲ ਨੂੰ ਵਰਤੋਂ ਕਰਦਿਆਂ ਬੱਚਿਆਂ ਦਾ ਜਿਹੜਾ ਮਾਨਸਿਕ ਜਿਹੜਾ ਸਥਿਤੀ ਆ ਬੱਚਿਆਂ ਦੀ, ਉਹਨਾਂ ਤੇ ਕੀ ਪ੍ਰਭਾਵ ਪਿਆ ਆ, ਇਹ ਵੀ ਇੱਕ ਬਹੁਤ ਵੱਡੀ ਚਿੰਤਾ ਵਾਲੀ ਗੱਲ ਆ। ਕਿਉਂਕਿ ਇਕੱਲੇ ਪੜ੍ਹਾਈ ਤਾਂ ਨਹੀਂ ਨਾ ਮੋਬਾਈਲ ਤੇ ਕਰਦੇ ਹੋਣਗੇ ਬਿਲਕੁਲ। ਜੋ ਟੈਕਨੋਲੋਜੀ ਆ ਉਹਦੀ ਵਰਤੋਂ ਦੁਰਵਰਤੋਂ ਦੋਨੇ ਚੀਜ਼ਾਂ ਹੁੰਦੀਆਂ ਨੇ। ਤੇ ਬੱਚੇ ਜਿਹੜੀ ਆ ਤੁਹਾਨੂੰ ਪਤਾ ਵੀ ਉਹਨਾਂ ਦੀ ਜਿਹੜੀ ਇਹੋ ਜੀ ਮਾਨਸਿਕ ਸਥਿਤੀ ਹੁੰਦੀ ਆ ਵੀ ਉਹ ਦੁਰਵਰਤੋਂ ਵੱਲ ਨੂੰ ਜ਼ਿਆਦਾ ਧਿਆਨ ਦਿੰਦੇ ਆ। ਤਾਂ ਵਰਤੋਂ ਉਹਨਾਂ ਦੇ ਭਾਵੇਂ ਉਹ ਡੰਡੇ ਮਾਰ ਕੇ ਸਿਖਾਈਏ, ਆਪਾਂ ਦੇਖਦੇ ਆਏ ਆ, ਖੁਦ ਆਪਾਂ ਵੀ ਉਸੇ ਲਾਈਨ 'ਚ ਲੱਗੇ ਆ, ਆਪਣੇ ਆਪ ਸਿੱਖ ਲੈਂਦੇ ਆ। ਤੇ ਉਹ ਵੀ ਉਹਨਾਂ ਦਾ ਇੱਕ ਮਾਈਨਸ ਪੁਆਇੰਟ ਹੋਊਗਾ ਵੀ ਉਹਨਾਂ ਦੇ ਕੀ ਪ੍ਰਭਾਵ ਪਿਆ ਹੋਊਗਾ ਵੀ ਉਹ ਮੋਬਾਈਲਾਂ ਨੂੰ ਕਿਸ ਹੱਦ ਤੱਕ ਵਰਤਦੇ ਹੋਣਗੇ। ਇਸ ਦਾ ਖਦਸ਼ਾ ਜਿਹੜਾ ਆ ਬੱਚਿਆਂ ਦੇ ਮਾਪਿਆਂ ਨੇ ਕਈ ਵਾਰੀ ਸਿੱਖਿਆ ਮੰਤਰੀ ਨਾਲ ਵੀ ਇਹ ਉਠਾਇਆ ਸੀਗਾ ਵੀ ਤੁਹਾਨੂੰ ਕੀ ਪਤਾ ਵੀ ਬੱਚੇ ਜਿਹੜੇ ਮੋਬਾਈਲ ਤੁਸੀਂ ਪੜ੍ਹਾਈ 1-2 ਘੰਟਾ 4 ਘੰਟੇ ਜਿਹੜੀ ਕੀਤੀ ਆਨਲਾਈਨ ਚਲੇ ਗਏ, ਉਸ ਤੋਂ ਬਾਅਦ ਉਹ ਬੱਚੇ ਮੋਬਾਈਲ ਤੇ ਕੀ ਕਰਦੇ ਆ ਕੀ ਨਹੀਂ ਕਰਦੇ। ਸਾਡੇ ਵਰਗੇ ਖੁਦ ਮਾਪੇ ਜਿਹੜੇ ਆ ਉਹ ਕੰਮਾਂ ਤੇ ਗਏ ਹੁੰਦੇ, ਕੰਮਾਂ ਕਾਰਾਂ 'ਚ ਲੱਗੇ ਹੁੰਦੇ, ਹਰ ਵੇਲੇ ਨਹੀਂ ਦੇਖ ਹੁੰਦਾ। ਸੋ ਇਹ ਪਲੱਸ ਮਾਈਨਸ ਪੁਆਇੰਟ ਦੋਨੇ ਸੀਗਾ। ਉਸ ਦੋਨੋਂ ਕਰਕੇ ਬੱਚੇ ਨਲਾਇਕ ਹੋ ਗਏ। ਸਾਰਾ ਸਾਲ ਪੜ੍ਹਾਈ ਨਹੀਂ ਕੀਤੀ, ਫਿਰ ਇੱਕ ਵਾਰੀ ਪ੍ਰਮੋਟ ਕਰਤਾ। ਹੁਣ ਜਿਹੜੇ ਦੇ ਬੱਚੇ ਨਲਾਇਕ ਆ ਉਹ ਕਹਿੰਦੇ ਲੈ ਆਪਾਂ 10ਵੀਂ ਕਰ ਲਈ, ਅੱਗੇ ਕੀ ਬਣੂ ਉਹਨਾਂ ਦਾ। ਮੰਨ ਲਓ ਆਹ ਸਾਲ ਰੱਬ ਨਾ ਕਰੇ ਫੇਰ ਇਦਾਂ ਹੋ ਜਾਏ ਤਾਂ ਅਗਲੇ ਸਾਲ ਫੇਰ ਉਹੋ ਜੀ ਮਜਬੂਰ ਸਥਿਤੀ ਬਣ ਜਾਏ, ਪਹਿਲਾਂ ਵੀ ਪ੍ਰਮੋਟ ਕਰ ਦਿਓ ਤੇ 11ਵੀਂ ਵਾਲਾ ਪ੍ਰਮੋਟ 12ਵੀਂ 'ਚ ਹੋ ਜਾਊ। ਤੇ 12ਵੀਂ ਤੋਂ ਬਾਅਦ ਜਿਹੜੀ ਕੰਪੀਟੀਟਿਵ ਐਗਜ਼ਾਮ ਸ਼ੁਰੂ ਹੋਣੇ ਆ, ਜਿੱਥੇ ਜਾ ਕੇ ਉਹਨਾਂ ਨੇ ਫਿਊਚਰ ਦੀ ਇੱਕ ਬੁਨਿਆਦ ਰੱਖਣੀ ਆ, ਉਹਦੇ ਤੋਂ ਕਈ ਦਿਸ਼ਾਵਾਂ ਵੱਲ ਨੂੰ ਜਾਣਾ ਆ। ਕਿਸੇ ਨੇ ਵਿਦੇਸ਼ ਜਾਣਾ ਆ ਕਾਲਜਾਂ ਦੇ ਵਿੱਚ, ਕਿਸੇ ਨੇ ਇੰਜੀਨੀਅਰਿੰਗ ਕਰਨੀ, ਕਿਸੇ ਨੇ ਡਾਕਟਰੀ ਦਾ ਕਿੱਤਾ ਲੈਣਾ, ਕਿਸੇ ਨੇ ਬੈਂਕਾਂ ਵੱਲ ਨੂੰ, ਕਿਸੇ ਨੇ IPS IAS, ਬਹੁਤ ਪਾਸੇ ਜਿਹੜੇ ਆ 12ਵੀਂ ਤੋਂ ਬਾਅਦ ਹੀ ਖੁੱਲਦੇ ਆ। ਤੇ ਜਿਸ ਬੰਦੇ ਨੇ 9ਵੀਂ ਵੀ ਨਹੀਂ ਪੜ੍ਹੀ, ਬੱਚੇ ਨੇ 10ਵੀਂ ਵੀ ਨਹੀਂ ਪੜ੍ਹੀ, 11ਵੀਂ ਵੀ ਨਹੀਂ ਪੜ੍ਹੀ ਤੇ 12ਵੀਂ ਜਾ ਕੇ ਉਹਨੂੰ ਕਹਾਂਗੇ ਚੱਲ ਵੀ ਹੁਣ ਪੇਪਰ ਦੇ, ਤੇ ਫਿਰ ਉਹਦੀ ਤੁਸੀਂ ਦੇਖੋ ਵੀ ਉਹ ਕਿੰਨੇ ਕੁ ਵਧੀਆ ਤਰੀਕੇ ਨਾਲ ਪੇਪਰ ਦਊਗਾ। ਕਮਜ਼ੋਰ ਨੀਹਾਂ ਦੇ ਉੱਤੇ ਮਜ਼ਬੂਤ ਸਾਰੀ ਤਾਂ ਨਹੀਂ ਨਾ ਹੋ ਸਕਦੀ। ਇਹ ਬਿਲਕੁਲ ਭਵਿੱਖ ਤਬਾਹ ਹੋਣ ਵਾਲੀ ਗੱਲ ਆ। ਇਹਦੇ ਵੱਲ ਨੂੰ ਮੈਂ ਇਸ ਕਰਕੇ ਜ਼ੋਰ ਤਾਂ ਦੇਣਾ ਚਾਹੁੰਦਾ ਵੀ ਤੁਸੀਂ ਰੈਲੀਆਂ ਦਾ ਪ੍ਰਬੰਧ ਤਾਂ ਕਰ ਲੈਂਦੇ ਆ, ਕਹਿੰਦੇ ਜੀ ਅਸੀਂ ਸਾਡਾ ਪ੍ਰਬੰਧ ਆ ਜੀ, ਪੂਰਾ ਪ੍ਰੋਟੋਕਾਲ ਵਰਤ ਰਹੇ ਆ। ਮੇਲਿਆਂ ਦਾ ਪ੍ਰਬੰਧ ਵੀ ਕਰ ਲੈਂਦੇ ਆ ਵੀ ਸਾਡਾ ਪ੍ਰੋਟੋਕਾਲ ਹੈ ਜੀ, ਅਸੀਂ ਨੈਗੇਟਿਵ ਰਿਪੋਰਟ ਦੇਖ ਕੇ ਲੈਂਦੇ ਆ। ਤੇ ਬੱਚਿਆਂ ਦੇ ਸਕੂਲ ਦਾ ਪ੍ਰਬੰਧ ਕਿਉਂ ਨਹੀਂ ਕਰ ਸਕੀ ਇਹ? ਤੁਸੀਂ ਸਾਰਾ ਦਿਨ ਸਕੂਲ ਖੁੱਲ੍ਹਣ ਰੱਖ ਸਕਦੇ ਸੀਗੇ। ਇੱਕ ਵੈਸੇ ਸੁਝਾਅ ਮੇਰੇ ਵੱਲੋਂ ਆ, ਪਤਾ ਨਹੀਂ ਇਹਨਾਂ ਨੂੰ ਚੰਗਾ ਲੱਗੇ ਨਾ ਲੱਗੇ ਵੱਖਰੀ ਗੱਲ ਆ। ਮੈਂ ਜੋ ਵਾਚਿਆ ਜਾਂ ਜੋ ਮੈਂ ਵੀਡੀਓ 'ਚ ਪੜ੍ਹਿਆ, ਸਾਰਾ ਦਿਨ ਸਕੂਲ ਤੁਸੀਂ ਖੁੱਲ੍ਹਾ ਰੱਖ ਸਕਦੇ ਆ, ਉਹਨੂੰ 3-3 4-4 ਸ਼ਿਫਟਾਂ 'ਚ ਕਿਉਂ ਨਹੀਂ ਚਲਾ ਸਕਦੇ ਸੀਗੇ? ਜੇ ਇੱਕ ਤਿਹਾਈ ਬੱਚੇ ਪਹਿਲੀ ਸ਼ਿਫਟ 'ਚ ਹੋਣ ਤੇ 3 ਸ਼ਿਫਟਾਂ 'ਚ ਕੰਮ ਹੋ ਜਾਂਦਾ। ਤਿੰਨ ਤਰ੍ਹਾਂ ਹੋ ਗਿਆ। ਉਹਦੇ ਵਿੱਚ ਸਮਾਜਿਕ ਦੂਰੀ ਵੀ ਰੱਖੀ ਜਾ ਸਕਦੀ ਸੀ, ਸੈਨੀਟਾਈਜ਼ ਵੀ ਹੋ ਸਕਦਾ ਸੀਗਾ, ਮਾਸਕ ਤਾਂ ਉਹਨਾਂ ਨੂੰ ਪਾਉਣੇ ਪੈਣੇ ਸੀਗੇ। ਤੇ ਇਹਦੇ ਨਾਲ ਕੀ ਸੀਗਾ ਵੀ ਇੱਕ ਤਾਂ ਬੱਚਾ ਕਲਾਸ 'ਚ ਬੈਠਾ ਡਿਸਪਲਿਨ 'ਚ ਬਹਿੰਦਾ, ਉਹਨੂੰ ਪਤਾ ਹੁੰਦਾ ਵੀ ਮੈਨੂੰ ਪੜ੍ਹਾਈ ਕਰਕੇ ਹੀ ਪੇਪਰ ਦੇ ਹੋਣੇ ਆ। ਇੱਧਰ ਧਿਆਨ ਫੇਰ ਸਰਕਾਰ ਦਾ ਨਹੀਂ ਗਿਆ, ਫਟਾਫਟ ਉਹਨਾਂ ਨੇ ਬੱਚਿਆਂ ਵੱਲ ਨੂੰ ਹੀ ਪ੍ਰਮੋਟ ਕਰ ਦਿੱਤਾ। ਬੇਕਾਬੂ ਕਰੋਨਾ ਹੋ ਰਿਹਾ ਤੇ ਬੱਚੇ ਬਿਨਾਂ ਪੇਪਰਾਂ ਦੇ ਪ੍ਰਮੋਟ ਹੋ ਰਹੇ ਆ। ਤੇ ਇਹ ਜਿਹੜਾ ਆ ਇੱਕ ਦੇਸ਼ ਦਾ ਭਵਿੱਖ ਜਿਹੜਾ ਉਹ ਬੱਚਿਆਂ ਦੇ ਵਿੱਚ ਹੀ ਦਿਸਦਾ ਹੁੰਦਾ, ਜਿਹਨੇ ਅੱਗੇ ਜਾ ਕੇ ਦੇਸ਼ ਦਾ ਨਾਂ, ਆਪਣੇ ਮਾਪਿਆਂ ਦਾ, ਆਪਣੇ ਸੂਬੇ ਦਾ, ਪਿੰਡ ਦਾ, ਸ਼ਹਿਰ ਦਾ ਰੋਸ਼ਨ ਕਰਨਾ ਹੁੰਦਾ। ਉਹ ਆਪਾਂ ਕਿੱਥੇ ਖੜੇ ਆ? ਇਹੋ ਜਿਹੇ ਬੱਚੇ ਜੇ ਗਾਹਾਂ ਚਲੇ ਵੀ ਗਏ,
ਸਿਫਾਰਸ਼ਾਂ ਨਾਲ ਚੱਲ ਕਰ ਲਓ, ਜਾਂ ਕੋਈ ਬੱਚਾ ਹੁਸ਼ਿਆਰ ਹੋਊਗਾ ਆਪਣੇ ਤੌਰ ਤੇ ਪੜ੍ਹਾਈ ਕਰਕੇ ਗਾਹਾਂ ਇੱਕ ਪੈਰ ਪੁੱਟ ਵੀ ਲਊਗਾ ਤੇ ਉਹਦੀ ਗਿਣਤੀ ਤਾਂ ਫਿਰ ਉਹਨਾਂ ਨਕੰਮਿਆਂ 'ਚ ਹੀ ਆਊਗੀ ਨਾ। ਉਹਨਾਂ ਨੇ ਕਹਿਣਾ ਯਾਰ ਆਹ 2 ਸਾਲ ਅੱਛਾ ਇਹ ਉਦਾਂ ਹੀ ਪ੍ਰਮੋਟ ਕੀਤੇ ਆ। ਬਿਲਕੁਲ ਬਿਲਕੁਲ। ਇਹਦਾ ਮਤਲਬ ਇਹ ਬੰਦਾ ਸਿਫਾਰਸ਼ ਨਾਲ ਹੀ ਕਿਤੇ ਆਇਆ ਗਾਹਾਂ। ਕਿਸੇ ਨੇ ਯਕੀਨ ਮੰਨਣਾ ਨਹੀਂ ਮੰਨੂਗਾ। ਵੱਡੀਆਂ ਫਰਮਾਂ, ਵੱਡੇ ਕਾਲਜ, ਵੱਡੇ ਇੰਸਟੀਚਿਊਟ ਜਿਹੜੇ ਆ ਉਹਨਾਂ ਨੇ ਇਹੀ ਸੋਚਣਾ ਨਾ ਵੀ ਯਾਰ 2 ਸਾਲ ਤੇ ਇਹਨਾਂ ਨੂੰ ਪ੍ਰਮੋਟ ਉਦਾਂ ਹੀ ਕਰ ਦਿੱਤਾ ਤੇ ਹੁਣ ਇਹ ਨੰਬਰ 80% ਕਿਵੇਂ ਲੈ ਗਿਆ। ਬੇਸ਼ੱਕ ਉਹਦੀ ਆਪ ਦੀ ਤਿਆਰੀ ਹੋਊਗੀ ਬੱਚੇ ਦੀ, ਸਾਰੇ ਨਹੀਂ ਮੈਂ ਕਹਿੰਦਾ, 100 ਚੋਂ 10 ਬੱਚੇ ਜ਼ਰੂਰ ਹੋਣਗੇ ਜੇ ਆਪ ਦੇ ਪੱਧਰ ਤੇ ਤਿਆਰੀ ਕਰਦੇ ਪਏ ਆ, ਉਹਨਾਂ ਨੂੰ ਲੱਗਦਾ ਵੀ ਅਸੀਂ ਕੁਝ ਬਣਨਾ। ਸਰਕਾਰਾਂ ਦਾ ਤਾਂ ਕੰਮ ਹੈ ਇਹਨਾਂ ਨੇ ਤਾਂ ਕਰੇ ਦੇਣਾ, ਪਰ ਮੈਂ ਕੁਝ ਬਣਨਾ ਤੇ ਉਹ ਆਪਦੀ ਪੱਧਰ ਤੇ ਤਿਆਰੀ ਕਰਦਾ ਜ਼ਰੂਰ ਹੋਊਗਾ। ਸਾਰੇ ਨਹੀਂ ਹੁੰਦੇ ਉਦਾਂ ਦੇ, ਪਰ ਮੈਕਸੀਮਮ ਬੱਚਿਆਂ ਦੇ ਉੱਤੇ ਪ੍ਰਭਾਵ ਜਿਹੜਾ ਇਹਦਾ ਉਲਟੀ ਜਾਂਦਾ ਆ। ਇਹ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਆ। ਪੜ੍ਹਾਈ ਵੱਲ ਨੂੰ ਧਿਆਨ ਨਹੀਂ ਤੁਹਾਡਾ ਦਾ, ਤੁਸੀਂ ਪ੍ਰਬੰਧ ਹੋਰ ਤਰ੍ਹਾਂ ਨੂੰ ਕਰ ਰਹੇ ਆ। ਹੁਣ ਸਾਰਾ ਕੁਝ ਕੰਮ ਚੱਲ ਰਿਹਾ। ਦੇਖੋ ਦਿੱਲੀ ਵਾਲਿਆਂ ਨੇ ਕਰਫਿਊ ਬੇਸ਼ੱਕ ਲਾਤਾ ਵੀਕਐਂਡ ਦਾ, ਪਰ ਉਹਨਾਂ ਨੇ ਬਾਜ਼ਾਰ ਨਹੀਂ ਬੰਦ ਕੀਤੇ। ਕਿ ਉਹਨਾਂ ਲਈ ਗੱਲ ਚੰਗੀ ਆ ਵੀ ਆਰਥਿਕ ਪੱਖੋਂ ਵੀ ਜਿਹੜੀ ਆ ਗੱਡੀ ਚੱਲਦੀ ਰਹਿਣੀ ਚਾਹੀਦੀ ਆ, ਵਪਾਰੀਆਂ ਦਾ ਕੰਮ ਵੀ ਚੱਲਦਾ ਰਵੇ ਤੇ ਲੋਕ ਵੀ ਥੋੜੇ ਬਹੁਤ ਜਿਹੜੇ ਆ ਉਹ ਪੈਸੇ ਕੱਢਦੇ ਰਹਿਣ ਤੇ ਜਿਹੜਾ ਬਾਜ਼ਾਰ ਦੇ ਵਿੱਚ ਪੈਸਾ ਆਵੇ ਤੇ ਇਹਦੀ ਜਿਹੜੀ ਆ ਸਰਕਲ ਚੱਲਦਾ ਰਵੇ। ਉਹਦੇ ਲਈ ਉਹਨੇ ਮਿੱਥ ਦਿੱਤਾ ਵਾਰੀ ਸਿਰ ਤੇ ਇਸ ਹਫਤੇ ਆਹ ਮਾਰਕੀਟ ਚੱਲੂ, ਦੂਸਰੇ ਹਫਤੇ ਦੂਜੀ ਮਾਰਕੀਟ ਚੱਲੂਗੀ। ਇਹਦੇ ਨਾਲ ਇਦਾਂ ਆ ਵੀ ਉੱਥੇ ਕੰਟਰੋਲ ਜਿਹਾ ਰਹੂਗਾ ਤੇ ਇਹ ਪ੍ਰਬੰਧ ਸਕੂਲਾਂ ਦੇ ਵਿੱਚ ਵੀ ਹੋ ਸਕਦਾ ਸੀਗਾ। ਬਿਲਕੁਲ। ਮਾਪੇ ਐਵੇਂ ਨਹੀਂ ਇੰਨੇ ਚਿਰ ਦਾ ਰੌਲਾ ਪਾਉਂਦੇ ਰਹੇ। ਆਪਾਂ ਪਿੱਛੇ ਦਿਨਾਂ 'ਚ ਦੇਖਿਆ ਬਹੁਤ ਰੋਸ ਪ੍ਰਦਰਸ਼ਨ ਹੋਏ ਆ, ਵਿਰੋਧ ਕੀਤਾ ਗਿਆ। ਲੋਕਾਂ ਨੇ ਸਿੱਖਿਆ ਮੰਤਰੀ ਕੋਲ ਜਾ ਕੇ ਵੀ ਪਿੱਟੇ ਸਿਆਪਾ ਕੀਤਾ ਵੀ ਚਲਾ ਦਿਓ। ਹੁਣ ਇਹਦਾ ਦੂਜਾ ਪੱਖ ਵੀ ਦੇਖਦੇ ਆ। ਬੱਚੇ ਪਿਆਰੇ ਹੁੰਦੇ ਹਰੇਕ ਨੂੰ, ਮਾਪਿਆਂ ਨੂੰ ਸਭ ਤੋਂ ਵੱਧ, ਤੇ ਮਾਪੇ ਕਹਿੰਦੇ ਸੀਗੇ ਵੀ ਅਸੀਂ ਜ਼ਿੰਮੇਵਾਰੀ ਲੈਣ ਨੂੰ ਤਿਆਰ ਆ, ਕੋਈ ਗੱਲ ਨਹੀਂ ਬੱਚੇ ਪੜ੍ਹਾਓ। ਤੇ ਉਹਦੀ ਜ਼ਿੰਮੇਵਾਰੀ ਅਗਲੀ ਸਿੱਖਿਆ ਵਿਭਾਗ ਨੇ, ਟੀਚਰਾਂ ਨੇ, ਮਹਿਕਮੇ ਨੇ ਲੈਣੀ ਸੀਗੀ। ਉਹ ਜ਼ਿੰਮੇਵਾਰੀ ਲੈਣ ਤੋਂ ਭੱਜ ਗਏ। ਉਹ ਇਸ ਗੱਲ ਤੋਂ ਡਰਦੇ ਸੀਗੇ ਵੀ ਕੱਲ ਨੂੰ ਕੋਈ ਇਹੋ ਜਿਹੀ ਹਬੀ ਨਬੀ ਹੋ ਜਾਏ, ਜ਼ਿੰਮੇਵਾਰ ਕੌਣ ਆ? ਉਹ ਆਪਣੇ ਥਾਂ ਵੀ ਸਹੀ ਆ, ਪਰ ਇਹਦਾ ਪ੍ਰਬੰਧ ਤਾਂ ਕਰ ਸਕਦੇ ਨਾ। ਜ਼ਿੰਮੇਵਾਰੀ ਲੈਣ ਤੋਂ ਭੱਜ ਜਾਣ ਦਾ ਕੋਈ ਮਸਲੇ ਦਾ ਹੱਲ ਨਹੀਂ ਹੈਗਾ। ਤੁਸੀਂ ਉਹਦਾ ਪ੍ਰਬੰਧ ਤਾਂ ਕਰ ਸਕਦੇ ਸੀਗੇ। ਤੁਸੀਂ ਉਹ ਬੱਚਿਆਂ ਦੇ ਮਾਪਿਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨਾਲ ਤੈਅ ਕਰਦੇ ਵੀ ਹਾਂ ਵੀ ਦੱਸੋ ਤੁਸੀਂ ਕਿਵੇਂ ਚਾਹੁੰਦੇ ਆ। ਉਹਦੇ ਨਾਲ ਫਿਰ ਰਾਏ ਲੈਂਦੇ ਮਾਹਰਾਂ ਦੀ, ਵੀ ਡਾਕਟਰਾਂ ਦੀ ਰਾਏ ਲੈਂਦੇ, ਹੋਰ ਜਿਹੜੇ ਵਿਗਿਆਨੀ ਆ ਉਹਨਾਂ ਦੀ ਰਾਏ ਲੈਂਦੇ ਵੀ ਅਸੀਂ ਆਹ ਸਕੂਲ ਆ ਇਦਾਂ ਚਲਾਉਣਾ ਚਾਹੁੰਦੇ ਆ, ਅਸੀਂ ਪੇਪਰ ਦਵਾਉਣਾ ਚਾਹੁੰਦੇ ਆ, ਵੀ ਇਹਨੂੰ ਕੀ ਕਰੀਏ। ਕਿਸੇ ਨੇ ਇੱਧਰ ਧਿਆਨ ਨਹੀਂ ਦਿੱਤਾ। ਪਹਿਲਾਂ ਹੀ ਜ਼ੋਰ ਪਾਤਾ ਸੈਂਟਰ ਨੂੰ ਤੇ CBSE ਦੇ ਪ੍ਰੀਖਿਆਵਾਂ ਰੱਦ ਹੋਣੀਆਂ ਚਾਹੀਦੀਆਂ। ਸੈਂਟਰ ਪਹਿਲਾਂ ਤਿਆਰ ਬੈਠਾ ਸੀ, ਉਹਨੇ ਫਟਾਫਟ ਰੱਦ ਕਰਤੀਆਂ। ਹੁਣ ਸਾਰਿਆਂ ਸੂਬਿਆਂ ਦੇ ਵਿੱਚ ਰਿਪੋਰਟਾਂ ਆ ਰਹੀਆਂ ਵੀ ਉਹਨਾਂ ਨੇ ਵੀ ਆਪਣੇ ਆਪਣੇ ਸੂਬਿਆਂ ਦੇ ਵਿੱਚ ਪੇਪਰ ਰੱਦ ਕਰ ਦਿੱਤੇ ਆ। ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਵੀ ਜੇ ਕਰੋਨਾ ਦੀ ਮਾਰ ਦੇ ਹੇਠ ਸਭ ਤੋਂ ਵੱਧ ਆਇਆ ਤੇ ਉਹ ਬੱਚੇ ਹੀ ਆਏ ਹਨ। ਫਿਰ ਚਾਹੇ ਉਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤੇ ਜਾਂ ਉਹਨਾਂ ਦੇ ਵਿਕਸਿਤ ਹੋਣ ਦੀ ਗੱਲ ਕਰੀਏ, ਤੇ ਜੇ ਬੱਚੇ ਘਰੇ ਬੈਠੇ ਹੁੰਦੇ ਆ ਕਿਤੇ ਜਾਂਦੇ ਨਹੀਂ, ਤੇ ਹੁਣ ਬੱਚਿਆਂ ਦੇ ਮਾਪੇ ਜਿਹੜੇ ਟੀਚਰ ਆ ਉਹ ਤਾਂ ਸਕੂਲ ਜਾਂਦੇ ਆ, ਤੇ ਉਹਨਾਂ ਸਕੂਲਾਂ ਦੇ ਵਿੱਚ ਖੁਦਾ ਨਾ ਖਾਸਤਾ ਕੋਈ ਇਹੋ ਜਿਹਾ ਕੇਸ ਨਿਕਲ ਆਏ ਤੇ ਉਹ ਮਾਪੇ ਘਰੇ ਆਉਣਗੇ ਤੇ ਬੱਚੇ ਫਿਰ ਉਹੀ ਹੋ ਗਏ। ਤੇ ਉਹਨਾਂ ਦੇ ਵਿੱਚ ਵੀ ਫੈਲਣ ਦਾ ਖਤਰਾ ਫਿਰ ਉਦਾਂ ਹੀ ਬਰਕਰਾਰ ਰਿਹਾ ਤੇ ਫਿਰ ਤੁਹਾਡੇ ਪੇਪਰ ਰੱਦ ਕਰਨ ਜਾਂ ਬੱਚਿਆਂ ਦਾ ਭਵਿੱਖ ਖਰਾਬ ਕਰਨ ਵੱਲ ਨੂੰ ਤੁਰਨਾ ਕਿੰਨਾ ਕੁ ਜਾਇਜ਼ ਆ। ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਸੀਗਾ, ਕੇਵਲ ਸੂਬੇ ਦੀ ਨਹੀਂ, ਸੈਂਟਰ ਸਰਕਾਰਾਂ ਨੂੰ ਵੀ ਚਾਹੀਦਾ ਵੀ ਜਦੋਂ ਵੀ ਤੁਹਾਡੀ ਕੋਈ ਇਹੋ ਜਿਹੀ ਗੱਲ ਆਉਂਦੀ ਆ ਤਾਂ ਬੱਚਿਆਂ ਦਾ ਚੁੱਪ ਕਰਕੇ ਜੀ ਪੇਪਰ ਬੰਦ ਕਰ ਦਿਓ, ਸਕੂਲ ਬੰਦ ਕਰ ਦਿਓ, ਠੇਕੇ ਤੁਹਾਡੇ ਖੁੱਲੇ ਆ, ਮੇਲੇ ਤੁਹਾਡੇ ਲੱਗ ਰਹੇ ਆ ਤੇ ਰੈਲੀਆਂ ਤੁਹਾਡੀਆਂ ਹੋ ਰਹੀਆਂ, ਤੇ ਇੱਕੋ ਇੱਕ ਨਿਸ਼ਾਨਾ ਤੁਹਾਡਾ ਇਹ ਦੇਸ਼ ਦੇ ਭਵਿੱਖ ਦੇ ਉੱਤੇ ਕਿਉਂ ਟਿਕਿਆ। ਜਿਹਨੇ ਤੁਹਾਡਾ ਭਵਿੱਖ ਸਵਾਰਨਾ ਆ ਦੇਸ਼ ਦਾ, ਉਹਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ। ਇਹ ਬਿਲਕੁਲ ਗਲਤ ਹੋ ਰਿਹਾ ਜਿਹੜਾ ਵੀ ਇਹਨਾਂ ਨੂੰ ਪ੍ਰਮੋਟ ਕਰ ਦਿੱਤਾ ਬਿਨਾਂ ਪੇਪਰਾਂ ਤੋਂ। ਜਿੱਦਾਂ ਵੀ ਕਰਦੇ ਪ੍ਰਬੰਧ ਕਰਾ ਕਰੂ ਕੇ ਜੋ ਵੀ ਕਰਨਾ ਸੀਗਾ, ਇਹ ਤਰੀਕੇ ਨਾਲ ਸਕੂਲ ਚਲਾ ਕੇ ਪੇਪਰ ਬਕਾਇਦਾ ਲੈਣੇ ਚਾਹੀਦੇ ਸੀਗੇ। ਕੋਈ ਨਾ ਕੋਈ ਹੱਲ ਸਰਕਾਰ ਨੂੰ ਲੱਭਣਾ ਚਾਹੀਦਾ ਸੀ। ਇੱਥੇ ਜਿਹੜੀ ਸਿਆਸਤ ਆ ਜਾਂਦੀ ਆ, ਹੁਣ ਸਰਕਾਰ ਜਿਹੜੀ ਆ ਸੱਤਾਧਾਰੀ ਆ, ਉਹ ਤਾਂ ਕਹਿ ਰਹੀ ਹੈ ਵੀ ਅਸੀਂ ਬੱਚਿਆਂ ਦਾ ਖਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦੇ, ਇਹ ਬਹੁਤ ਵੱਡਾ ਰਿਸਕੀ ਸੀਗਾ। ਉਹਨਾਂ ਦੀ ਗੱਲ ਵੀ ਠੀਕ ਆ। ਵਿਰੋਧੀ ਧਿਰ ਕਹਿ ਰਹੀ ਆ ਵੀ ਨਹੀਂ ਇਹ ਤਾਂ ਬੱਚਿਆਂ ਨੂੰ ਭਵਿੱਖ ਤਬਾਹ ਕਰਨ ਵਾਲੀ ਗੱਲ ਆ, ਤੇ ਕਿਉਂ ਨਾ ਦੋਨਾਂ ਰਲ ਕੇ ਬਹਿ ਕੇ ਇਸ ਵੱਲ ਨੂੰ ਸੋਚਦੇ। ਤੁਸੀਂ ਹਰ ਵੇਲੇ ਸਿਆਸਤ ਹੀ ਨਾ ਕਰਿਆ ਕਰੋ ਵੀ ਅਸੀਂ ਵੋਟਾਂ ਤੱਕ ਹੀ ਸੀਮਤ ਹੈ ਜੀ, ਕੁਰਸੀ ਤੱਕ ਹੀ ਸੀਮਤ ਹੈ, ਕੁਰਸੀ ਮਿਲ ਗਈ ਤਾਂ ਤੇਰੀ ਪਾਰਟੀ, ਨਹੀਂ ਮਿਲੀ ਤਾਂ ਮੇਰੀ ਪਾਰਟੀ। ਇੱਥੋਂ ਤੱਕ ਸੀਮਤ ਹੋਣ ਨਾਲੋਂ ਬੱਚਿਆਂ ਵੱਲ ਨੂੰ ਸਾਰੇ ਰਲ ਕੇ ਜੇ ਹੰਭਲਾ ਮਾਰਦੇ ਕੋਈ ਨਾ ਕੋਈ ਹੱਲ ਨਿਕਲ ਸਕਦਾ ਸੀਗਾ, ਪਰ ਇਹ ਬੱਚਿਆਂ ਦਾ ਬਹੁਤ ਵੱਡਾ ਇਫੈਕਟ ਪੈ ਰਿਹਾ। ਜੀ ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ੇਰਗਿੱਲ ਸਾਹਿਬ, ਪੰਜਾਬ 'ਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ ਤੇ ਕੀ ਹਾਲਾਤ ਨੇ ਇਸ ਵੇਲੇ ਮੰਡੀਆਂ ਦੇ?
ਦੇਖੋ, ਕਣਕ ਦੀ ਖਰੀਦ ਸ਼ੁਰੂ ਹੋਈ ਨੂੰ 10 ਅਪ੍ਰੈਲ ਤੋਂ ਲੈ ਕੇ ਕਾਫੀ ਦਿਨ ਹੋ ਗਏ ਆ, ਪਰ ਜੋ ਮੌਜੂਦਾ ਰਿਪੋਰਟਾਂ ਆ ਰਹੀਆਂ ਮੰਡੀਆਂ ਦੇ ਵਿੱਚੋਂ ਉਹ ਇਹੀ ਆ ਕਿ ਬਾਰਦਾਨੇ ਦੀ ਘਾਟ ਆ ਜੀ, ਮਜ਼ਦੂਰ ਨਹੀਂ ਮਿਲ ਰਹੇ। ਕਾਰਨ ਫਿਰ ਉਹੀ ਕਰੋਨਾ ਆ ਜਾਂਦਾ ਤੇ ਮਜ਼ਦੂਰ ਜਿਹੜੇ ਆ ਉਹ ਇਸ ਡਰ ਦੇ ਮਾਰੇ ਹੀ ਆਪੋ ਆਪਣੇ ਸੂਬੇ ਨੂੰ ਵਾਪਸ ਜਾਣ ਲੱਗ ਪਏ ਆ। ਮਜ਼ਦੂਰਾਂ ਦੀ ਬਹੁਤ ਘਾਟ ਆ। ਬਾਰਦਾਨਾ ਪਹਿਲਾਂ ਹੀ ਨਹੀਂ ਸੈਂਟਰ ਨੇ ਦਿੱਤਾ, ਉਹਦੀ ਹੋਰ ਘਾਟ ਹੋ ਗਈ ਆ ਕਿਉਂਕਿ ਕਣਕ ਦੀ ਆਮਦ ਤੇਜ਼ ਹੋ ਗਈ ਆ। ਸੋ ਕੁੱਲ ਮਿਲਾ ਕੇ ਕਿਸਾਨ ਜਿਹੜਾ ਆ ਉਹ ਇਸ ਵੇਲੇ ਮੰਡੀਆਂ 'ਚ ਰੁਲ ਰਿਹਾ। ਬੋਰੀਆਂ ਦੇ ਅੰਬਾਰ ਲੱਗੇ ਆ, ਚੁਕਾਈ ਨਹੀਂ ਹੋ ਰਹੀ। ਬੇਸ਼ੱਕ ਸਰਕਾਰ ਦੀ ਅਫਸਰਾਂ ਦੀ ਖਿਚਾਈ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਵੀ ਇਹਨੂੰ 72 ਘੰਟਿਆਂ ਦੇ ਵਿੱਚ ਚੁਕਾਈ ਹੋਣੀ ਚਾਹੀਦੀ ਆ। ਅਦਾਇਗੀ ਦਾ ਕੰਮ ਵੀ ਇਹਨਾਂ ਨੇ ਸ਼ੁਰੂ ਕਰ ਦਿੱਤਾ ਹੈ, ਉਹ ਵੀ ਭੰਬਲ ਭੂਸੇ ਵਾਲਾ ਹੀ ਆ। ਜੇ ਕਿਤੇ ਸਿਸਟਮ ਚੰਗੀ ਤਰ੍ਹਾਂ ਚਲਾਇਆ ਨਹੀਂ ਹੈਗਾ, ਸਪਸ਼ਟਤਾ ਹੀ ਹੈ ਨਹੀਂ ਕਿ ਕਿਹਨੂੰ ਮਿਲਣੇ ਪੈਸੇ, ਕਿਹਨੂੰ ਨਹੀਂ ਮਿਲਣੇ। ਠੇਕੇ ਵਾਲੀ ਗੱਲ ਵੀ ਪੀਯੂਸ਼ ਗੋਇਲ ਉਹਨਾਂ ਨੇ ਕਹਿ ਦਿੱਤੀ ਸੀ ਕਿ ਜਿਹੜੇ ਕਿਸਾਨ ਠੇਕੇ ਤੇ ਖੇਤੀ ਕਰਦੇ ਆ ਉਹਨਾਂ ਨੂੰ ਸਿੱਧੀ ਅਦਾਇਗੀ ਮਿਲੂਗੀ। ਸਿਸਟਮ ਤਾਂ ਕੋਈ ਵੀ ਬਣਿਆ ਲੱਗਦਾ ਨਹੀਂ ਅਜੇ। ਗੱਲਾਂ ਬਹੁਤ ਕੁਝ ਕਰ ਦਿੱਤੀਆਂ। ਕੁੱਲ ਮਿਲਾ ਕੇ ਕਿਸਾਨਾਂ ਦੀ ਉਹੀ ਦੁਰਦਸ਼ਾ ਆ ਜੋ ਪਹਿਲਾਂ ਹੁੰਦੀ ਸੀਗੀ, ਤਾਣੀ ਉਲਝਣ ਵਾਲੀ ਹੀ ਗੱਲ ਆ। ਤੇ ਕਿਸਾਨੀ ਜਿਹੜੀ ਆ ਉਹ ਮੰਡੀਆਂ 'ਚ ਰੁਲ ਰਹੀ ਆ। ਦੂਰ ਕੀ ਜਾਣਾ, ਆਪਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪਟਿਆਲੇ ਵਿੱਚ ਵੀ ਘੱਟੋ ਘੱਟ 3-3, 5-5 ਦਿਨ ਹੋ ਗਏ ਆ ਕਿਸਾਨਾਂ ਨੂੰ ਕਣਕ ਲੈ ਕੇ ਬੈਠਿਆਂ ਨੂੰ। ਲਿਫਟਿੰਗ ਨਹੀਂ ਹੋ ਰਹੀ, ਬਾਰਦਾਨਾ ਫਿਰ ਹੈ ਨਹੀਂ, ਮਜ਼ਦੂਰ ਫਿਰ ਹੈ ਨਹੀਂ, ਚੁਕਾਈ ਦਾ ਕੰਮ ਉਸੇ ਤਰ੍ਹਾਂ ਢਿੱਲਾ ਆ। ਤੇ ਫਿਰ ਅਦਾਇਗੀ ਵਾਲੀ ਗੱਲ ਤਾਂ ਜੇ ਬਾਅਦ ਦੀ ਆ, ਪਰ ਆਸ਼ੂ ਸਾਹਿਬ ਜਿਹੜੇ ਆ ਖੁਰਾਕ ਮੰਤਰੀ ਪੰਜਾਬ ਦੇ, ਉਹ ਕਹਿ ਰਹੇ ਆ ਕਿ ਸਿੱਧੀ ਅਦਾਇਗੀ ਦੇ ਜਿਹੜੇ ਕੰਮ ਆ ਉਹ ਆਉਂਦੇ ਦਿਨਾਂ ਦੇ ਵਿੱਚ ਤੇਜ਼ ਕੀਤਾ ਜਾਊਗਾ। ਪਰ ਕਿੱਦਾਂ ਤੇਜ਼ ਕੀਤਾ ਜਾਊਗਾ ਇਹ ਹਜੇ ਵੀ ਕਿਸੇ ਨੂੰ ਨਹੀਂ ਪਤਾ। ਕਿਸਾਨ ਵੀ ਉਲਝੇ ਪਏ ਆ ਤੇ ਉਧਰ ਜਿਹੜੇ ਆੜ੍ਹਤੀ ਆ ਉਹ ਵੀ ਉਲਝੇ ਪਏ ਆ ਵੀ ਜਿਹੜਾ ਕਮਿਸ਼ਨ ਆ ਇਹ ਕਹਿੰਦੇ ਸਿੱਧਾ ਆਉਣਾ। ਮੈਨੂੰ ਲੱਗਦਾ ਉਹ ਵੀ ਆਪਣੇ ਮੋਬਾਈਲ ਤੇ ਰੋਜ਼ ਮੈਸੇਜ ਦੇਖਦੇ ਹੋਣੇ ਪਏ, ਹੁਣ ਵੀ ਆਇਆ, ਹੁਣ ਵੀ ਆਇਆ। ਇਦਾਂ ਕਿਸਾਨ ਦੇਖਦੇ ਹੋਣੇ ਵਿਚਾਰੇ ਵੀ ਸਾਡੇ ਬੈਂਕਾਂ ਦੇ ਅਕਾਊਂਟ 'ਚ ਕਿੱਥੇ ਗਏ ਆ। ਸੋ ਇਹ ਸਿਸਟਮ ਜਿਹੜਾ ਆ ਇਹ ਹਰ ਵਾਰ ਇਦਾਂ ਹੁੰਦਾ। ਮੈਂ ਇਹਦੇ ਵਿੱਚ ਇਸ ਗੱਲ ਨੂੰ ਜ਼ੋਰ ਦੇ ਕੇ ਕਹਿਣਾ ਚਾਹੂੰਗਾ ਵੀ ਜਦੋਂ ਫਸਲ ਆਉਂਦੀ ਆ ਫਿਰ ਉਹੀ ਗੱਲ ਆ ਜਾਂਦੀ ਆ ਵੀ ਈਦ ਮਗਰੋਂ ਤੰਬਾ ਕਿਉਂ ਫੂਕਦੇ ਆ। ਬਾਕੀ ਸਾਰੇ ਕੁਛ ਲਈ ਇਹ ਤਿਆਰੀਆਂ 6 ਮਹੀਨੇ ਪਹਿਲਾਂ ਹੁੰਦੀਆਂ, ਸਾਲ ਪਹਿਲਾਂ ਹੁੰਦੀਆਂ। ਜਦੋਂ ਲੋਕਾਂ ਦੀ ਗੱਲ ਆ ਜਾਂਦੀ, ਕਿਸਾਨਾਂ ਦੀ, ਚਾਹੇ ਆਪਾਂ ਪਹਿਲਾਂ ਬੱਚਿਆਂ ਦੀ ਗੱਲ ਕੀਤੀ ਆ, ਤੇ ਉਹਨਾਂ ਦੇ ਪ੍ਰਬੰਧ ਪਹਿਲਾਂ ਕਿਉਂ ਨਹੀਂ ਕੀਤੇ ਜਾਂਦੇ ਆ। ਕਈਆਂ ਥਾਵਾਂ ਦੇ ਤੇ ਅੱਜ ਇਹ ਵੀ ਰੌਲਾ ਪੈ ਰਿਹਾ ਵੀ ਮੰਡੀਆਂ ਦੇ ਵਿੱਚ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਪਖਾਨਿਆਂ ਦੀ ਹਾਲਤ ਬਹੁਤ ਮਾੜੀ ਆ, ਬੈਠਣ ਉੱਠਣ ਨੂੰ ਉੱਥੇ ਜਗ੍ਹਾ ਨਹੀਂ ਰਹੀ ਆ। ਤੇ ਹੋ ਸਕਦਾ ਸਰਕਾਰ ਦੇ ਮਨ 'ਚ ਕਿਤੇ ਇਹ ਹੋਣੇ ਆ ਵੀ 3 ਖੇਤੀ ਕਾਨੂੰਨ ਸੈਂਟਰ ਨੇ ਪਾਸ ਕੀਤੇ ਹੋ ਆ, ਮੰਡੀਕਰਨ ਚੱਲਣਾ ਨਹੀਂ, ਮੰਡੀਆਂ ਜਿਹੜੀਆਂ ਤਬਾਹ ਹੋ ਜਾਣੀਆਂ, ਬੰਦ ਹੋ ਜਾਣੀਆਂ, ਤੇ ਆਪਾਂ ਕੀ ਕਰਨਾ ਪੈਸੇ ਲਾ ਕੇ। ਦੂਸਰੀ ਗੱਲ ਇਹ ਵੀ ਆਉਂਦੀ ਆ, ਟੈਕਸ ਘਟਾਤਾ ਜਿਹੜਾ 3% ਤੋਂ 1.5% ਕਰਤਾ, ਉਹ ਪੈਸੇ ਨਹੀਂ ਸੈਂਟਰ ਦੇ ਕੋਲ ਫਸੇ ਆ ਰਹੇ ਆ। ਰੂਰਲ ਡਿਵੈਲਪਮੈਂਟ ਫੰਡ ਨਹੀਂ ਆ ਰਿਹਾ ਤੇ ਜਦੋਂ ਆਊਗਾ ਫਿਰ ਦੇਖੀ ਜਾਊ, ਨਜ਼ਰ ਚਲੀ ਜਾਣ ਤੋਂ। ਸੋ ਇਹ ਜਿਹੜਾ ਨਾ ਖਿਆਲੀ ਪੁਲਾਓ ਵਾਲੇ ਕੰਮਾਂ 'ਚ ਸਰਕਾਰ ਜਿੰਦੀ ਆ, ਉਹ ਨੇੜੇ ਆ ਕੇ ਫਿਰ ਕਹਿੰਦੀ ਆ ਵੀ ਨਹੀਂ ਜੀ ਪ੍ਰਬੰਧ ਸਾਡੇ ਪੂਰੇ ਆ ਜੀ, ਤਿਆਰੀਆਂ ਪੂਰੀਆਂ ਆ ਜੀ। ਬੜੇ ਤਾਮ ਝਾਮ ਨਾਲ ਜਾ ਕੇ ਮੰਤਰੀਆਂ ਨੇ ਮੰਡੀਆਂ ਦੇ ਵਿੱਚ ਜਾ ਕੇ ਐਨ ਫੋਟੋਆਂ ਖਿਚਾ ਜੂ ਕੇ ਖਰੀਦ ਕਣਕ ਦੀ ਸ਼ੁਰੂ ਕਰਵਾਤੀ। ਲੈ ਵੀ ਬੱਲੇ ਬੱਲੇ ਹੋ ਗਈ। ਪਰ ਅਗਲਾ ਜਿਹੜਾ ਸਿਸਟਮ ਤੁਰਨਾ ਆ ਉਹ ਤਾਂ ਹੁਣ ਕਿਸਾਨਾਂ ਤੋਂ ਪਤਾ ਲੱਗਣਾ ਨਾ ਵੀ ਤੁਹਾਨੂੰ ਪੈਸੇ ਮਿਲੇ ਕਣਕ ਦੇ ਪੂਰੇ। ਉਸ ਬੰਦਾ ਜਿਹੜਾ 5 ਦਿਨ ਉੱਥੇ ਕਣਕ ਦਾ ਲੈ ਕੇ ਢੇਰੀ ਮੰਡੀ ਬੈਠਾ, ਉਹਨੇ ਮਗਰ ਆ ਕੇ ਖੇਤ ਵਾਹੁਣਾ, ਅਗਲੀ ਫਸਲ ਦੀ ਤਿਆਰੀ ਵੀ ਕਰਨੀ ਆ, ਉਹਦਾ ਕੀ ਹਾਲਤ ਹੋਊਗਾ। ਫਿਰ ਜਿਹੜਾ ਤੁਸੀਂ ਮਜਬੂਰ ਕੀਤਾ ਹੋਇਆ ਕਿਸਾਨ ਅੰਦੋਲਨ ਲਈ, ਉਸ ਕਿਸਾਨ ਨੇ ਖੇਤ ਦੀ ਤਿਆਰੀਆਂ ਕਰਕੇ, ਅਗਲੀ ਫਸਲ ਦੀ ਤਿਆਰੀਆਂ ਕਰਕੇ ਮੋਰਚੇ ਦੇ ਵੀ ਪਹੁੰਚਣਾ। ਉਹਦੀਆਂ ਜ਼ਿੰਮੇਵਾਰੀਆਂ ਕਿੰਨੀਆਂ ਤੁਸੀਂ ਵਧਾਤੀਆਂ ਇਹ ਦੇਖ ਲਓ। ਸਮੂਥਲੀ ਕੰਮ ਮੈਨੂੰ ਨਹੀਂ ਲੱਗਦਾ ਵੀ ਜਦੋਂ ਵੀ ਫਸਲ ਕਦੀ ਵੀ ਆਉਂਦੀ ਆ ਨਾ, ਕਦੀ ਵੀ ਮੰਡੀਆਂ ਦਾ ਸਮੂਥਲੀ ਕੰਮ ਸੁਣਨ 'ਚ ਆਇਆ ਹੀ ਨਹੀਂ। ਹਰੇਕ ਵਾਰ ਇਦਾਂ ਹੀ ਹੁੰਦਾ ਆ, ਲਿਫਟਿੰਗ ਨਹੀਂ ਹੋ ਰਹੀ, ਬੋਰੀਆਂ ਦੇ ਅੰਬਾਰ ਲੱਗ ਗਏ ਆ। ਇਹ ਇਦਾਂ ਕਿਉਂ ਹੁੰਦਾ? ਜੇ ਤੁਸੀਂ ਪਹਿਲਾਂ ਹੀ ਪਤਾ ਵੀ ਅਸੀਂ ਕਰਨੀ ਹੀ ਕਰਨੀ ਆ, ਤੁਸੀਂ ਟੀਚਾ ਮਿੱਥ ਦਿੰਦੇ ਵੀ ਇੰਨੇ ਲੱਖ ਟਨ ਕਣਕ ਹੋਣੀ ਆ, ਤੇ ਉਹਦੇ ਲਈ ਪ੍ਰਬੰਧ ਦਾ ਵੀ ਤਾਂ ਟਨ ਦੇ ਹਿਸਾਬ ਨਾਲ ਕਰਨਾ ਚਾਹੀਦਾ। ਤੇ ਜੇ ਕਹਿੰਦੇ ਆ ਤੇ ਇੰਨੀਆਂ ਮੰਡੀਆਂ ਬਣ ਗਈਆਂ, ਸਾਨੂੰ ਕਰੋਨਾ ਕਰਕੇ ਵੱਧ ਮੰਡੀਆਂ ਬਣਾਉਣੀਆਂ ਪਈਆਂ, ਤੇ ਉਹਦਾ ਪ੍ਰਬੰਧ ਵੀ ਉਸ ਹਿਸਾਬ ਨਾਲ ਕਰਨਾ ਚਾਹੀਦਾ। ਪ੍ਰਬੰਧ ਪੱਖੋਂ ਸਰਕਾਰ ਹਮੇਸ਼ਾ ਹੀ, ਚਾਹੇ ਸੂਬਾ ਕਹਿ ਦਈਏ, ਚਾਹੇ ਹੁਣ ਸੈਂਟਰ ਦੇ ਮਾਮਲੇ 'ਚ ਵੀ ਕਹਿ ਦਈਏ, ਸਿਹਤ ਮਹਿਕਮੇ ਨੂੰ ਲੈ ਕੇ ਨਾਕਾਮ ਸਾਬਤ ਹੋ ਰਹੀਆਂ। ਇਹ ਅਗਾਊਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਆ। ਕਿਸਾਨਾਂ ਦੀ ਦੁਰਦਸ਼ਾ ਜਿਹੜੀ ਆ ਉਹ ਜਿੱਦਾਂ ਹੁਣ ਅੱਜ ਤੋਂ ਕਹਿ ਦਈਏ 100 ਸਾਲ ਪਹਿਲਾਂ ਵੀ ਉਹੀ ਸੀ, ਤੇ ਹੁਣ ਵੀ ਉਸੇ ਹੀ ਮੰਜ਼ਰ ਦੇ ਵਿੱਚੋਂ ਹੀ ਗੁਜ਼ਰ ਰਿਹਾ। ਜਿਵੇਂ ਤੁਸੀਂ ਹਮੇਸ਼ਾ ਕਹਿੰਦੇ ਵੀ ਪਰਨਾਲਾ ਉੱਥੇ ਦਾ ਉੱਥੇ, ਬਿਲਕੁਲ ਉੱਥੇ ਰਹਿ ਜਾਂਦਾ ਜੀ। ਉਹ ਜੋ ਮਰਜ਼ੀ ਕਹਿ ਲਓ ਇਹਨਾਂ ਨੂੰ। ਸ਼ੇਖਰ ਸਾਹਿਬ, ਕਿਸਾਨ ਅੰਦੋਲਨ ਦੀ ਗੱਲ ਕਰ ਲੈਂਦੇ ਆ ਤੇ ਸੀਐਮ ਮਨੋਹਰ ਲਾਲ ਖੱਟੜ ਹੁਣ ਕਹਿ ਰਹੇ ਨੇ ਕਿਸਾਨਾਂ ਨੂੰ ਕਿ ਅੰਦੋਲਨ ਖਤਮ ਕਰ ਦਿਓ। ਬਿਲਕੁਲ ਜੀ। ਉਧਰ ਕਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਬਾਰ-ਬਾਰ ਅਪੀਲ ਕੀਤੀ ਜਾ ਰਹੀ ਆ। ਪਿੱਛੇ ਜੇ ਖੇਤੀ ਮੰਤਰੀ ਤੋਮਰ ਉਹਨਾਂ ਨੇ ਵੀ ਕਿਹਾ ਸੀਗਾ, ਫਿਰ ਹਰਿਆਣੇ ਦੇ ਮੰਤਰੀ ਇੱਕ ਹੋਰ ਅਨਿਲ ਵਿਜ ਉਹਨਾਂ ਨੇ ਵੀ ਕਿਹਾ ਸੀਗਾ, ਹੁਣ ਖੱਟਰ ਸਾਹਿਬ ਨੇ ਵੀ ਕਹਿਤਾ ਵੀ ਭਾਈ ਕਰੋਨਾ ਵੱਧ ਰਿਹਾ ਵੀ ਅੰਦੋਲਨ ਖਤਮ ਕਰ ਦਿਓ। ਪਰ ਕਰੋਨਾ ਦੀ ਆੜ ਦੇ ਵਿੱਚ ਹੀ ਕਿਉਂ ਇਸ ਗੱਲ ਨੂੰ ਦੁਬਾਰਾ ਉਭਾਰਿਆ ਜਾ ਰਿਹਾ?
ਠੀਕ ਹੈ, ਤੁਸੀਂ ਪਹਿਲਾਂ ਤੋਂ ਕਹਿ ਰਹੇ ਆ ਵੀ ਅੰਦੋਲਨ ਖਤਮ ਕਰ ਦਿਓ, ਗੱਲਬਾਤ ਲਈ ਆਓ, ਤੇ ਇਸ ਗੱਲ ਨੂੰ ਕਿਉਂ ਨਹੀਂ ਜ਼ੋਰ ਦਿੱਤਾ ਜਾਂਦਾ ਪਿਆ ਅਸੀਂ ਗੱਲਬਾਤ ਜਿਹੜੀ 22 ਜਨਵਰੀ ਦੀ ਖੜੀ ਆ ਫਿਰ ਉਹਨੂੰ ਦੁਬਾਰਾ ਸ਼ੁਰੂ ਕਰੋ। ਬਿਲਕੁਲ। ਜੇ ਇੱਧਰ ਤੁਸੀਂ ਕਹਿ ਰਹੇ ਆ ਵੀ ਅੰਦੋਲਨ ਖਤਮ ਕਰੋ, ਕਰੋਨਾ ਵੱਧ ਰਿਹਾ, ਤੇ ਉਧਰ ਸੈਂਟਰ ਸਰਕਾਰ ਵੀ ਤੁਹਾਡੀ ਆ ਜੀ, ਉਹਨੂੰ ਵੀ ਜ਼ੋਰ ਦੇ ਸਕਦੇ ਆ ਵੀ ਭਾਈ ਇਹ ਸੁਪਰ ਸਪਰੈਡਰ ਕਿਤੇ ਕਿਸਾਨਾਂ ਦੇ ਅੰਦੋਲਨ ਤੋਂ ਨਾ ਬਣ ਜਾਏ। ਬਿਲਕੁਲ। ਖਦਸ਼ਾ ਆ, ਡਰ ਆ, ਚਿੰਤਾ ਆ ਇਸ ਗੱਲ ਨੂੰ ਲੈ ਕੇ ਵੀ ਤੁਸੀਂ ਇਹਦੇ ਨਾਲ ਗੱਲਬਾਤ ਕਰਕੇ ਨਿਬੇੜੋ, ਜਲਦੀ ਹੱਲ ਕਰੋ। ਉਧਰ ਕੋਈ ਜ਼ੋਰ ਨਹੀਂ, ਕਿਸਾਨਾਂ ਵੱਲ ਨੂੰ ਹੀ ਸਾਰੇ ਕਹੀ ਜਾਂਦੇ ਅੰਦੋਲਨ ਖਤਮ ਕਰੋ। ਸਾਰੇ ਲੋਕ ਵੀ ਚਾਹੁੰਦੇ ਆ ਵੀ ਅੰਦੋਲਨ ਖਤਮ ਹੋਵੇ, ਪਰ ਉਹਦਾ ਸੁਖਦ ਖਤਮ ਹੋਵੇ, ਉਹਦਾ ਕੋਈ ਕਨਕਲੂਜਨ ਨਿਕਲ ਕੇ ਖਤਮ ਹੋਵੇ, ਕੋਈ ਸਿੱਟਾ ਤਾਂ ਨਿਕਲੇ। 6-7 ਮਹੀਨੇ ਤੋਂ ਬੈਠੇ ਆ, ਤੁਸੀਂ ਉਹਨੂੰ ਹੁਣ ਆ ਕੇ ਕਹੀ ਜਾਓ ਵੀ ਨਹੀਂ ਜੀ ਖਤਮ ਕਰ ਦਿਓ, ਤੁਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਸੀਗੇ, ਤੇ ਹੁਣ ਤੁਸੀਂ ਜ਼ੋਰ ਦੇ ਰਹੇ ਹੋ ਵੀ ਕਰੋਨਾ ਕਰਕੇ ਖਤਮ ਕਰ ਦਿਓ, ਤੇ ਅਗਲਿਆਂ ਦਾ ਕੋਈ ਪੱਲੇ ਨਹੀਂ ਪਿਆ। ਤੁਸੀਂ ਟਸ ਤੋਂ ਮਸ ਨਹੀਂ ਹੋ ਰਹੇ, ਖਿਲਾਫ ਉਹਨਾਂ ਦੇ ਗੱਲ ਕੀਤੀ ਉਹ ਸਾਰੀ, ਉਹ ਮੰਗ ਆਪਣੇ ਹੱਕੀ ਮੰਗਾਂ ਨੂੰ ਲੈਣ ਗਏ ਹੋ ਆ, ਗੱਲ ਤੁਸੀਂ ਸੁਣ ਨਹੀਂ ਰਹੇ। ਤੇ ਹੁਣ ਤੁਸੀਂ ਕਹਿੰਦੇ ਵੀ ਬਿਨਾਂ ਕੁਝ ਕੀਤਿਆਂ, ਬਿਨਾਂ ਕੁਝ ਦਿੱਤਿਆਂ, ਬਿਨਾਂ ਕੁਝ ਇਹਨਾਂ ਦੀ ਗੱਲ ਸੁਣਿਆ ਤੇ ਇਹ ਅੰਦੋਲਨ ਖਤਮ ਕਰ ਜਾਣ, ਤੇ ਇਹ ਤਾਂ ਹੁਣ ਮੁਮਕਿਨ ਉਹਨਾਂ ਲਈ ਵੀ ਲੱਗਦਾ ਨਹੀਂ ਹੋਊਗਾ, ਤਾਂ ਇਹਨਾਂ ਲਈ ਵੀ ਇਦਾਂ ਚੱਲਣੀ ਨਹੀਂ ਗੱਲ। ਸਿਰਫ ਗੱਲ ਕਰਨ ਨਾਲ ਗੱਲ ਨਹੀਂ ਬਣਦੀ ਹੁੰਦੀ। ਤੁਸੀਂ ਕਿਹਾ ਗੱਲ ਹੈ ਤਾਂ ਹੱਲ ਹੈ, ਉਹੀ ਗੱਲ ਹੈ ਵੀ ਗੱਲਬਾਤ ਦਾ ਦੌਰ ਦੁਆਰਾ ਸ਼ੁਰੂ ਕਰਕੇ ਉਹਨਾਂ ਨੂੰ ਕਿਸੇ ਤਣ ਪੱਤਣ ਲਾ ਕੇ ਫੇਰ ਹੀ ਇਸ ਗੱਲ ਨੂੰ ਆਪਾਂ ਕਿਸੇ ਨਤੀਜੇ ਤੇ ਪਹੁੰਚ ਸਕਾਂਗੇ। ਬਾਰ-ਬਾਰ ਉਹੀ ਗੱਲ ਕਰੀ ਜਾਣੀ ਉਹ ਵੀ ਮੈਨੂੰ ਲੱਗਦਾ ਠੀਕ ਨਹੀਂ ਹੈਗਾ। ਇਹ ਆਗੂ ਸਾਰੇ ਜ਼ਿੰਮੇਵਾਰ ਆ, ਮੁੱਖ ਮੰਤਰੀ ਆ ਹਰਿਆਣੇ ਦਾ, ਛੋਟੀ ਮੋਟੀ ਗੱਲ ਨਹੀਂ ਹੁੰਦੀ, ਔਰ ਇਹਦੀ ਸੇ ਵੀ ਬਹੁਤ ਹੈ ਸੈਂਟਰ ਦੇ ਵਿੱਚ, ਕਹਿ ਸਕਦਾ ਜਾ ਕੇ ਵੀ ਇਹਦੇ ਬਾਰੇ ਗੱਲਬਾਤ ਦੁਬਾਰਾ ਚੁੱਕ ਸਕਦਾ, ਕੋਈ ਜ਼ਰੀਆ ਤਾਂ ਬਣੇ ਜਾ ਕੇ ਵਿੱਚ। ਬਿਲਕੁਲ ਬਿਲਕੁਲ। ਚਾਹੇ ਕੋਈ ਬਣ ਜਾਏ, ਮੈਂ ਜਿੱਦਾਂ ਕਹਿੰਦੇ ਨਾ ਵੀ ਚੱਲ ਯਾਰ ਤੇਰੀ ਗੱਲ ਨਹੀਂ ਬਣਦੀ, ਚੱਲ ਮੈਂ ਕਰਾਉਣਾ ਜਾ ਕੇ, ਬਿਲਕੁਲ ਇੰਨਾ ਤਾਂ ਕੋਈ ਕਹਿਣ ਵਾਲਾ ਬਣੇ। ਬਿਲਕੁਲ। ਏਦਾਂ ਕੋਈ ਨਹੀਂ ਕਹਿੰਦਾ, ਆਪਣੇ ਤੌਰ ਤੇ ਬਿਆਨ ਜ਼ਰੂਰ ਦੇਈ ਜਾਂਦਾ ਮੀਡੀਆ 'ਚ ਵੀ ਅੰਦੋਲਨ ਖਤਮ ਕਰੋ। ਸੋ ਇਹ ਜਿਹੜੀ ਮੁਸ਼ਕਲ ਆ ਇਹਨੂੰ ਹੱਲ ਕਰਨਾ ਚਾਹੀਦਾ ਜਲਦੀ, ਜਿੰਨਾ ਜਲਦੀ ਹੋ ਸਕੇ। ਜੀ ਸ਼ੇਰਗਿੱਲ ਸਾਹਿਬ, ਇਸ ਵੇਲੇ ਮੁੱਦਾ ਬੜਾ ਭਖਿਆ ਹੋਇਆ ਪੰਜਾਬ 'ਚ, ਕੋਟਕਪੂਰਾ ਗੋਲੀकांड ਮਾਮਲਾ, ਤੇ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਇਸ ਮਾਮਲੇ ਨੂੰ ਲੈ ਕੇ ਕੀ ਚੱਲ ਰਿਹਾ? ਦੇਖੋ, ਹਲਚਲ ਬਹੁਤ ਜ਼ਿਆਦਾ ਵੱਧ ਗਈ ਆ ਜਦੋਂ ਦਾ ਹਾਈ ਕੋਰਟ ਦਾ ਫੈਸਲਾ ਆਇਆ। ਜੀ। ਬੇਸ਼ੱਕ ਅਜੇ ਉਹਨਾਂ ਦੀ ਜੱਜਮੈਂਟ ਅਪਲੋਡ ਨਹੀਂ ਹੋਈ ਆ, ਪਾਈ ਨਹੀਂ ਕਿਤੇ ਵੀ। ਜਨਤਕ ਤੌਰ ਤੇ ਜਿਹੜੀ ਉਹ ਸਿੱਟ ਦੀ ਰਿਪੋਰਟ ਆ ਉਹ ਵੀ ਕਿਤੇ ਹਜੇ ਲੱਗਦੀ ਨਹੀਂ ਆਈ ਆ। ਹੋ ਸਕਦਾ ਕਿਸੇ ਕਦੇ ਨੂੰ ਮਿਲੀ ਹੋਵੇ ਅਤਪਜਦੀ ਜਈ, ਪੂਰੀ ਤਰ੍ਹਾਂ ਹਜੇ ਵੀ ਉਹ ਸੀਕ੍ਰੇਟ ਹੀ ਹੈ ਹਾਈ ਕੋਰਟ ਦੇ ਵਿੱਚ, ਤੇ ਹਾਈ ਕੋਰਟ ਜਦੋਂ ਜੱਜਮੈਂਟ ਦਊਗਾ ਤਾਂ ਫੇਰ ਲੱਗਦਾ ਵੀ ਜਨਤਕ ਹੋ ਜਾਵੇ। ਪਰ ਇਹਨੇ ਕਾਂਗਰਸ ਸਰਕਾਰ ਖਾਸ ਕਰਕੇ ਕੈਪਟਨ ਦੀਆਂ ਮੁਸ਼ਕਲਾਂ ਜ਼ਰੂਰ ਵਧਾ ਦਿੱਤੀਆਂ ਜੀ। ਇੱਕ ਤਾਂ ਉਹ ਫੈਸਲਾ ਹਾਈ ਕੋਰਟ ਦਾ, ਉਹਨੇ ਇਹਨੂੰ ਮੁਸ਼ਕਲ 'ਚ ਪਾਤਾ। ਦੂਜਾ, ਜਿਹੜੇ ਸਿੱਟ ਦੇ ਇੰਚਾਰਜ ਸੀਗੇ ਕੁੰਵਰ ਵਿਜੇ ਪ੍ਰਤਾਪ, ਉਹਦੇ ਅਸਤੀਫੇ ਨੇ ਕੈਪਟਨ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਲੈ ਆਂਦਾ। ਵਿਰੋਧੀ ਧਿਰ ਜਿਹੜੇ ਅਕਾਲੀ ਦਲ ਨੂੰ ਇੱਕ ਸੰਜੀਵਨੀ ਮਿਲ ਗਈ, ਜਿਹੜੀ ਕਿ 4 ਸਾਲ ਤੋਂ ਬਹੁਤ ਡੁੱਬੀ ਹੋਈ ਸੀਗੀ, ਮੁਰਝਾਈ ਹੋਈ ਸੀਗੀ ਅਕਾਲੀ ਦਲ ਦੀ ਜਿਹੜੀ ਪਾਰਟੀ ਆ, ਉਹ ਹੁਣ ਉਹਨੂੰ ਸੰਜੀਵਨੀ ਮਿਲ ਗਈ, ਉੱਠ ਖੜੀ ਹੋਈ ਆ, ਉਹ ਸਵਾਲਾਂ ਦੇ ਸਵਾਲ ਕਰੀ ਜਾਂਦੀ ਆ। ਤੇ ਕੈਪਟਨ ਸਰਕਾਰ ਦੇ ਅੰਦਰਲੇ ਜਿਹੜੇ ਸੂਤਰ ਆ, ਅੰਦਰਲੇ ਕਾਂਗਰਸੀ ਆਗੂ ਆ, ਉਹ ਵੀ ਇਸ ਗੱਲ ਤੋਂ ਖਫਾ ਆ ਵੀ 4 ਸਾਲ ਹੋ ਗਏ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਲੱਭ ਸਕੇ, ਉਹਨਾਂ ਨੂੰ ਸਜ਼ਾ ਨਹੀਂ ਦੇ ਸਕੇ। ਤੇ ਇਸੇ ਕਰਕੇ ਆ ਵੀ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਰਕਾਰ ਨੂੰ ਘੇਰਿਆ ਸੀਗਾ, ਤੇ ਹੁਣ ਇੱਕ ਹੋਰ ਪ੍ਰੋਮੀਨੈਂਟ ਆਗੂ ਜਿਹੜਾ ਰਣਜੀਤ ਸਿੰਘ ਬਿੱਟੂ, ਉਹ ਵੀ ਇਹਨਾਂ ਤੇ ਹਮਲਾਵਰ ਹੋ ਗਿਆ। ਉਹਨੇ ਤਾਂ ਇੱਥੋਂ ਤੱਕ ਕਹਿਤੀ, ਕੈਪਟਨ ਸਾਹਿਬ 22 ਦੀਆਂ ਚੋਣਾਂ 'ਚ ਪਿੰਡਾਂ 'ਚ ਕਾਂਗਰਸ ਨੂੰ ਵੰਡ ਨਹੀਂ ਦੇਣਾ ਕਿਸੇ ਨੇ। ਬਹੁਤ ਵੱਡੀ ਗੱਲ ਆ। ਔਰ ਉਹਨਾਂ ਨੂੰ ਇਹ ਪੁੱਛਿਆ ਗਿਆ ਦੁਬਾਰਾ, ਕਹਿੰਦੇ ਬਿਲਕੁਲ ਮੈਂ ਸਹੀ ਕਹੀ ਆ, ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਕਿਉਂਕਿ ਅਸੀਂ 17 'ਚ ਇਹ ਵਾਅਦਾ ਕਰਕੇ ਆਏ ਸੀਗੇ, ਇੱਕ ਨਸ਼ਿਆਂ ਵਾਲਾ ਤੇ ਇੱਕ ਬੇਅਦਬੀ ਕਾਂਡ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ। ਤੇ ਜੇ ਹੁਣ ਇਹ 'ਚ ਵੀ ਨਾਕਾਮ ਰਹਿੰਦੇ ਆ ਤੇ ਵਾਕਈ ਲੋਕ ਤੁਹਾਨੂੰ ਜੁੱਤੀਆਂ ਮਾਰਨਗੇ, ਤੁਹਾਡਾ ਵਿਰੋਧ ਕਰਨਗੇ, ਤੁਹਾਨੂੰ ਨੇੜੇ ਫੜਕਣ ਨਹੀਂ ਦੇਣਗੇ। ਇਹ ਗੱਲ ਉਹਨਾਂ ਦੀ ਬਹੁਤ ਵੱਡੀ ਆ। ਹੁਣ ਉਧਰ ਜਾਖੜ ਹੋਣੀ ਵੀ ਸਾਰੇ ਕੇਡਰ ਦਾ, ਚਾਹੇ ਐਮਐਲਏ ਆ ਕਾਂਗਰਸ ਦੇ, ਚਾਹੇ ਕੋਈ ਆਗੂ ਆ, ਉਹਨਾਂ ਦੇ ਰਾਏ ਲੈ ਲਈ ਆ, ਉਹਨਾਂ ਦੀ ਗੱਲਬਾਤ ਸੁਣ ਲਈ ਆ। ਉਹਨਾਂ ਨੇ ਵੀ ਕੈਪਟਨ ਤੋਂ ਸਮਾਂ ਮੰਗਿਆ ਆ ਇਸ ਬਾਬਤ ਗੱਲ ਕਰਨ ਦਾ। ਸਭ ਤੋਂ ਵੱਡੀ ਗੱਲ ਜਿਹੜੀ ਆ ਰਹੀ ਆ, ਉਹ ਹਮਲਾ ਹੋ ਰਿਹਾ ਆ ਪੰਜਾਬ ਦੇ ਐਡਵੋਕੇਟ ਜਨਰਲ ਦੇ ਅਤੁਲਨ ਦੇ ਉੱਤੇ। ਇਹਨਾਂ ਦੇ ਆਪ ਦੇ ਕਾਂਗਰਸੀ ਆਗੂਆਂ ਨੇ ਉਹਨੂੰ ਨਿਸ਼ਾਨਾ ਬਣਾ ਲਿਆ, ਚਾਹੇ ਪ੍ਰਤਾਪ ਸਿੰਘ ਬਾਜਵਾ ਆ, ਚਾਹੇ ਕੋਈ ਹੋਰ ਆ, ਵਿਰੋਧੀ ਪਾਰਟੀਆਂ ਤੇ ਬਣਾਉਣਾ ਹੀ ਬਣਾਉਣਾ। ਪਰ ਕੈਪਟਨ ਸਾਹਿਬ ਉਹਦੀ ਪਿੱਠ ਥਾਪੜ ਰਹੇ ਆ ਪੂਰੀ ਜ਼ੋਰ ਨਾਲ ਵੀ ਨਹੀਂ, ਜੋ ਕੁਝ ਕੀਤਾ ਸਹੀ ਹੋਇਆ। ਪਰ ਇਹਦੇ 'ਚ ਨਾਕਾਮੀ ਮੈਂ ਅੱਗੇ ਵੀ ਕਹੀ ਸੀਗੀ ਵੀ ਇਹਨਾਂ ਦੀ ਨਾਕਾਮੀ ਇਸ ਗੱਲ ਦੀ ਆ ਵੀ 2 FIRs ਹੋ ਗਈਆਂ ਸੀਗੀਆਂ। ਇੱਕ ਕੇਸ 'ਚ ਇਹਦੇ 'ਚ 2 FIR ਹੋ ਜਾਏ ਤਾਂ ਫਿਰ ਅਦਾਲਤ ਨੂੰ ਕੁਦਰਤੀ ਹੁੰਦਾ ਵੀ ਜਿਹੜੀ ਦੂਜੀ FIR ਇਹਨਾਂ ਨੇ ਕਿਸੇ ਖਾਸ ਮਨਸੂਬੇ ਕਰਕੇ ਰੱਖੀ ਹੋਵੇ। FIR ਦਾ ਮਤਲਬ ਹੁੰਦਾ ਫਸਟ ਇਨਫੋਰਮੇਸ਼ਨ ਰਿਪੋਰਟ। ਇਹ ਤੈਅ ਹੀ ਸੀਗਾ ਵੀ ਜਿਹੜੀ ਫਸਟ ਇਨਫੋਰਮੇਸ਼ਨ ਰਿਪੋਰਟ ਹੁੰਦੀ ਹੈ ਉਦਣ ਹੀ
ਦਰਜ ਹੋ ਜਾਏ ਤਾਂ ਫਿਰ ਉਹਦੇ ਮਾਇਨੇ ਹੁੰਦੇ ਆ, ਕਿਉਂਕਿ ਸ਼ੁਰੂ ਦੇ ਵਿੱਚ ਜਿਹਦੇ ਨਾਲ ਜੋ ਵੀ ਘਟਨਾ ਵਾਪਰੀ ਹੁੰਦੀ ਆ ਉਹ ਸੱਚ ਬੋਲਦਾ ਹੁੰਦਾ। ਜਦੋਂ ਉਹਦੇ ਵਿੱਚ ਦੇਰੀ ਹੋ ਜਾਂਦੀ ਆ ਤਾਂ ਫਿਰ ਕਈ ਰਾਵਾਂ ਰਲ ਜਾਂਦੀਆਂ, ਵਕੀਲਾਂ ਤੋਂ ਵੀ ਉਹਨੇ ਰਾਏ ਲਈ ਹੁੰਦੀ ਆ, ਉਹਦੇ ਆਪ ਦੇ ਸਕੇ ਸੰਬੰਧੀਆਂ ਨੇ, ਉਹਦੇ ਵਿੱਚ ਕਈ ਝੂਠ ਸੱਚ ਹੋ ਜਾਂਦਾ। ਇਸੇ ਕਰਕੇ ਸੁਪਰੀਮ ਕੋਰਟ ਦਾ ਵੀ ਇਹ ਇੱਕ ਕਿਤੇ ਆਰਡਰ ਸੀਗਾ ਬਈ ਫਸਟ ਇਨਫੋਰਮੇਸ਼ਨ ਰਿਪੋਰਟ 'ਚ ਜੇ ਲੇਟ ਹੋ ਜਾਵੇ ਤੇ ਉਹ ਰਿਪੋਰਟ FIR ਨਹੀਂ ਮੰਨੀ ਜਾਊਗੀ। ਤੇ ਜਦੋਂ FIR 2015 ਦੀ ਹੋਈ ਸੀਗੀ ਉਹਦੇ ਵਿੱਚ 18 ਦੁਆਰਾ ਕਰਨ ਦੀ ਲੋੜ ਨਹੀਂ ਸੀਗੀ, ਜਿਹਦੇ ਕਰਕੇ ਹਾਈ ਕੋਰਟ ਨੇ ਇਸ ਆਧਾਰ ਤੇ ਹੀ ਇਹਦੇ ਵਿੱਚ ਦੇਖਿਆ ਗਿਆ ਕਿ ਜੋ ਦੋਸ਼ ਲੱਗ ਰਹੇ ਆ SIT ਤੇ ਇਹਨੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੰਮ ਕੀਤਾ ਆ, ਇਸ ਕਰਕੇ ਇਹਦੇ ਤੇ ਸ਼ੰਕਾ ਹੋਈ ਤਾਂ ਹੀ ਉਹਨਾਂ ਨੇ ਰੱਦ ਕੀਤੀ ਆ। ਇਸ ਵੇਲੇ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਘਿਰੀ ਹੋਈ ਆ, ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਤੌਰ ਤੇ ਹੋਰ ਵੀ ਭੁਚਾਲ, ਹੋਰ ਵੀ ਵੱਡੀ ਹਲਚਲ ਹੋ ਸਕਦੀ ਜੀ। ਸ਼ੇਖਰ ਸਾਹਿਬ, ਤੁਸੀਂ ਸਟੂਡੀਓ 'ਚ ਆਏ ਤੇ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਪਾਈ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।